ਜੈਪਾਲ ਭੁੱਲਰ ਗੁਨਾਹਾਂ ਦੀ ਦੁਨੀਆ ਦਾ ਇੱਕ ਉਹ ਨਾਮ ਬਣ ਗਿਆ ਸੀ ਜਿਸ ਨੇ ਚੜ੍ਹਦੀ ਉਮਰੇ ਘਰ ਤੋਂ ਇੱਕ ਵਾਰ ਪੈਰ ਪੁੱਟਿਆ ਤਾਂ ਮੁੜ ਕੇ ਘਰ ਵਾਪਸ ਉਸਦੀ ਲਾਸ਼ ਪਰਤੀ। ਕਿ ਕਿਸੇ ਸਮੇਂ ਹੈਮਰ ਥਰੋ ਦਾ ਉਹ ਨੈਸ਼ਨਲ ਲੈਵਲ ਦਾ ਪਲੇਅਰ ਸੀਗਾ ਤਾਂ ਉਸਦੇ ਹੱਥ ਦੇ ਵਿੱਚ ਹੈਮਰ ਦੇ ਜਗ੍ਹਾ ਗੋਲੇ ਦੀ ਜਗ੍ਹਾ ਦੇ ਉੱਤੇ ਗੋਲੀਆਂ ਕਿਉਂ ਆ ਗਈਆਂ। हाँ, इन्हां दे विचों जिद्दां प्रेमा लाहौरीआ है वो अपना 110 हडल्स पहलां कीतियां ने, उस तो बाद 400 मीटर करते रहे आ। ठीक है, वो स्टेट लैवल के प्लेयर सीगे, नैशनल पार्टिसिपेट करना जिद्दां पंजाब नूं रिप्रजेंट कीता। ਤੁਸੀਂ ਪਲੇਅਰ ਸੀਗੇ ਨਾਲ ਵਿਚਰਦੇ ਸੀ, ਕਈ ਵਾਰ ਤਾਂ ਇਦਾਂ ਆਉਂਦਾ ਵੀ ਪਲੇਅਰ ਜਦੋਂ ਜ਼ਿਆਦਾ ਉਪਲਬਧੀਆਂ ਕਰ ਜਾਂਦਾ ਕਿਤੇ ਉਹਦੇ ਵਿੱਚ ਹੈਂਕੜ ਆ ਜਾਂਦੀ, ਉਹਨਾਂ ਦੀ ਇਦਾਂ ਦੀ ਨੇਚਰ ਸੀ ਕੁਛ ਇਦਾਂ? ਤੁਹਾਡੇ ਕੁਐਸਚਨ ਦੇ ਅਕੋਰਡਿੰਗ ਇਦਾਂ ਦੇ ਨਹੀਂ ਸੀ, ਸਾਇਲੈਂਟ ਹੀ ਪਰਸਨ ਸੀਗੇ। ਰਾਮ ਪ੍ਰਤਾਪ ਸਰ ਵੀ ਇਹੀ ਕਹਿ ਰਹੇ ਸੀਗੇ ਕਿ ਸਾਇਲੈਂਟ ਪਰਸਨ ਸੀਗੇ। ਕਿਉਂ ਇਹ ਰਾਹ ਫਿਰ ਗੈਂਗਸਟਰੀ ਦਾ ਰਾਹ ਕਿਉਂ ਚੁਣ ਜਾਂਦੇ ਨੇ, ਕਿਉਂ ਇਹਨਾਂ ਦੇ ਨਾਲ ਗੈਂਗਸਟਰ ਬਣ ਜਾਂਦਾ? ਇਹ ਪਾਲਿਸੀਆਂ ਮਾੜੀਆਂ ਨੇ, ਸਰਕਾਰਾਂ ਮਾੜੀਆਂ ਨੇ? ਦੇਖੋ, ਜਦੋਂ ਤੁਸੀਂ ਯੂਥ ਨੂੰ ਇਸ ਸਾਈਡ ਤੇ ਲਾਓਗੇ ਨਾ, ਸਭ ਤੋਂ ਪਹਿਲਾਂ ਮੇਰਾ ਖਿਆਲ ਉਹ ਬਿਮਾਰੀ ਤੋਂ ਰਹਿਤ ਹੋ ਜਾਣਗੇ, ਨਸ਼ੇ ਤੋਂ ਰਹਿਤ ਹੋ ਜਾਣਗੇ, ਗੁੰਡਾਗਰਦੀ ਤੋਂ ਰਹਿਤ ਹੋ ਜਾਣਗੇ, ਆ ਘਟੀਆ ਕੰਮ ਨੇ ਜਿਹੜੇ ਇਹ ਚੀਜ਼ਾਂ ਤੋਂ ਰਹਿਤ ਹੋ ਜਾਣਗੇ। ਸਾਡਾ ਯੂਥ ਪਹਿਲੇ 10 'ਚ ਨਹੀਂ, ਸਾਡੇ ਸੀਨੀਅਰ ਪਹਿਲੇ 10 'ਚ ਨਹੀਂ, ਮੈਡਲ ਟੈਲੀ ਦੀ ਗੱਲ ਕਰ ਰਹੇ ਹਾਂ ਨੈਸ਼ਨਲ ਦੇ ਵਿੱਚ, ਓਵਰਆਲ ਇੰਡੀਆ ਦੇ ਵਿੱਚ ਅਸੀਂ 10 'ਚ ਨਹੀਂ ਹੈਗੇ। ਉਹ ਸਾਡਾ ਯੂਥ ਹੋਵੇ, ਸਾਡੇ ਜੂਨੀਅਰ ਹੋਣ, ਸਾਡੇ ਸੀਨੀਅਰ ਹੋਣ, ਜਾਂ ਸਾਡੇ ਕਿੱਡੇ ਵੀ ਵੱਡੇ ਐਥਲੀਟ ਕਿਉਂ ਨਹੀਂ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਜੈਪਾਲ ਭੁੱਲਰ ਗੁਨਾਹਾਂ ਦੀ ਦੁਨੀਆ ਦਾ ਇੱਕ ਉਹ ਨਾਮ ਬਣ ਗਿਆ ਸੀ ਜਿਸ ਨੇ ਚੜ੍ਹਦੀ ਉਮਰੇ ਘਰ ਤੋਂ ਇੱਕ ਵਾਰ ਪੈਰ ਪੁੱਟਿਆ ਤਾਂ ਮੁੜ ਕੇ ਘਰ ਵਾਪਸ ਉਸਦੀ ਲਾਸ਼ ਪਰਤੀ। ਪਰ ਵੱਡਾ ਸਵਾਲ ਹੈ ਕਿ ਕਿਸੇ ਸਮੇਂ ਹੈਮਰ ਥਰੋ ਦਾ ਉਹ ਨੈਸ਼ਨਲ ਲੈਵਲ ਦਾ ਪਲੇਅਰ ਸੀਗਾ ਤਾਂ ਉਸਦੇ ਹੱਥ ਦੇ ਵਿੱਚ ਹੈਮਰ ਦੇ ਜਗ੍ਹਾ ਗੋਲੇ ਦੀ ਜਗ੍ਹਾ ਦੇ ਉੱਤੇ ਗੋਲੀਆਂ ਕਿਉਂ ਆ ਗਈਆਂ, ਪਿਸਤੌਲ ਕਿਉਂ ਆ ਗਏ, ਬੰਦੂਕਾਂ ਕਿਉਂ ਆ ਗਈਆਂ? ਇਸ ਨੂੰ ਲੈ ਕੇ ਚਰਚਾ ਕਰਾਂਗੇ। ਪੰਜਾਬ ਦੇ ਖਿਡਾਰੀ ਗੈਂਗਸਟਰ ਕਿਉਂ ਬਣਦੇ ਨੇ, ਕਿਉਂ ਅਜਿਹੀ ਸਥਿਤੀ ਆ ਜਾਂਦੀ ਹੈ ਕਿ ਉਹਨਾਂ ਨੂੰ ਇੱਕ ਚੰਗੇ ਰਾਹ ਤੋਂ ਭਟਕ ਕੇ ਦੂਸਰੇ ਰਾਹ ਨੂੰ ਅਪਣਾਉਣਾ ਪੈਂਦਾ ਹੈ। ਸਾਡੇ ਨਾਲ ਜੈਪਾਲ ਭੁੱਲਰ ਹੁਣਾਂ ਦੇ ਇੱਕ ਸਾਥੀ ਖਿਡਾਰੀ ਨੇ, ਅੱਜ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ, ਕੋਸ਼ਿਸ਼ ਕਰਦੇ ਹਾਂ ਜੈਪਾਲ ਭੁੱਲਰ ਹੁਣਾਂ ਦੀ ਉਸ ਲਾਈਫ ਦੇ ਬਾਰੇ ਜਾਣਨ ਦੀ, ਔਰ ਅੱਜ ਦੀ ਜੋ ਖੇਡ ਨੀਤੀ ਚੱਲ ਰਹੀ ਹੈ, ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਓਲੰਪਿਕਸ ਦੀ ਵੀ ਗੱਲ ਕਰਾਂਗੇ। ਤਾਂ ਸਾਡੇ ਨਾਲ ਦਵਿੰਦਰ ਸਿੰਘ ਕੰਗ ਮੌਜੂਦ ਨੇ। ਕੰਗ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਵਾਲਿਆਂ ਸਾਰੇ ਦੇਖਣ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਂ ਕਿਹਾ ਕਿ ਜੈਪਾਲ ਭੁੱਲਰ ਹੁਣੀ ਇੱਕ ਨੈਸ਼ਨਲ ਲੈਵਲ ਦੇ ਐਥਲੀਟ ਸੀਗੇ, ਤੁਸੀਂ ਉਹਨਾਂ ਦੇ ਨਾਲ ਖੇਡੇ ਹੋ? ਜੀ, ਮੈਂ ਖੇਡਿਆ ਉਹਨਾਂ ਦੇ ਨਾਲ, ਔਰ ਮਤਲਬ ਵਧੀਆ ਐਥਲੀਟ ਸੀਗੇ। ਔਰ ਨੈਸ਼ਨਲ ਲੈਵਲ ਦਾ ਐਥਲੀਟ ਹੋਣਾ ਇੱਦਾਂ ਹੀ ਆ ਕਿ ਜਿੱਦਾਂ ਆਪਾਂ ਇੱਕ ਬਹੁਤ ਵੱਡੇ ਲੈਵਲ ਦੀ ਉਪਲਬਧੀ ਹਾਸਲ ਕਰ ਲੈਣਾ, ਲਾਈਕ ਕਿਸੇ ਜਿਵੇਂ ਆਪਾਂ ਸਕੂਲ ਲੈਵਲ ਦੇ ਵਿੱਚ CBSE ਜਾਂ ICSE ਬੋਰਡ ਜਾਂ ਪੰਜਾਬ ਬੋਰਡ ਦੇ ਵਿੱਚੋਂ ਇੰਡੀਆ ਦੇ ਵਿੱਚ ਟੌਪ ਰੈਂਕ ਹਾਸਲ ਕਰ ਲੈਣਾ, ਉਹੀ ਇੱਕ ਸਾਡਾ ਨੈਸ਼ਨਲ ਲੈਵਲ ਹੁੰਦਾ। ਕਿ ਸਾਡੀ ਵੀ ਪੜ੍ਹਾਈ ਜਾਂ ਉਹਨਾਂ ਦੀ ਜਿਵੇਂ ਪੜ੍ਹਾਈ ਵਾਲਿਆਂ ਦੀ ਪੜ੍ਹਾਈ ਹੁੰਦੀ ਹੈ, ਸਾਡੀ ਉਹੀ ਗੇਮ ਨੂੰ ਆਪਾਂ ਟਾਈਮਿੰਗ ਦਿੰਦੇ ਹਾਂ, ਸਰੀਰ ਤੋੜਦੇ ਹਾਂ, ਦਿਨ ਰਾਤ ਮਿਹਨਤ ਕਰਦੇ ਹਾਂ। ਔਰ ਇੱਦਾਂ ਹੀ ਉਹਨਾਂ ਨੇ ਵੀ ਕੀਤਾ ਔਰ ਨੈਸ਼ਨਲ ਲੈਵਲ ਦੇ ਐਥਲੀਟ ਰਹੇ ਨੇ। ਔਰ ਇਹਨਾਂ ਬਾਰੇ ਤਾਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਉਸ ਸਮੇਂ ਦੇ ਵਿੱਚ ਪੋਲਿਸੀਜ਼ ਵਗੈਰਾ ਨਹੀਂ ਸੀਗੀਆਂ। ਠੀਕ ਹੈ ਜੀ, ਪੋਲਿਸੀ ਸਾਡੀਆਂ ਮੌਜੂਦਾ ਸਮੇਂ ਦੇ ਵਿੱਚ ਵੀ ਬਹੁਤ ਸਟਰੋਂਗ ਨਹੀਂ ਹੈ, ਸੋ ਉਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ। ਬਟ ਜਿੱਦਾਂ ਕਿ ਜੈਪਾਲ ਭੁੱਲਰ ਦੀ ਗੱਲ ਕੀਤੀ ਆਪਾਂ, ਕਿ ਆਪਣੇ ਸਰਦਾਰ ਮਹਿਲ ਸਿੰਘ ਭੁੱਲਰ DGP ਪੰਜਾਬ ਪੁਲਿਸ, ਉਹ ਜਿਵੇਂ ਕਿ ਇੱਕ ਸਟੇਟ ਲੈਵਲ ਦੇ ਵਿੱਚ ਮੈਡਲ ਲੈਣ ਵਾਲੇ ਨੂੰ, ਪੰਜਾਬ ਦੇ ਵਿੱਚ ਸਪੋਜ਼ ਤੁਸੀਂ 골ਡ ਮੈਡਲ ਲੈਂਦੇ ਹੋ ਤਾਂ ਤੁਹਾਨੂੰ ASI ਅਸਿਸਟੈਂਟ ਸਬ ਇੰਸਪੈਕਟਰ ਜੋਬ ਆਫਰ ਹੁੰਦੀ ਸੀਗੀ। ਕਿਉਂਕਿ ਇੱਕ ਸਟੇਟ ਦੇ ਵਿੱਚੋਂ ਪਹਿਲਾ ਨੰਬਰ ਹਾਸਿਲ ਕਰਨਾ ਵੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਉਪਲਬਧੀ ਆਪਣੇ ਆਪ ਦੇ ਵਿੱਚ। ਅਤੇ ਉਹਨਾਂ ਨੇ ਉਹ ਕੀਤੀ। ਉਸ ਤੋਂ ਬਾਅਦ 'ਚੋਂ ਨੈਸ਼ਨਲ ਗਏ, ਨੈਸ਼ਨਲ ਦੇ ਵਿੱਚ ਵੀ ਉਪਲਬਧੀ ਹਾਸਲ ਕੀਤੀ। ਕਿ ਉਹਨਾਂ ਦੇ ਅਕੋਰਡਿੰਗ ਉਹਨਾਂ ਨੂੰ ਜੇ ਰੂਲਿੰਗ ਟੂ DGP ਭੁੱਲਰ ਸਾਹਿਬ, ਮੇਰਾ ਖਿਆਲ ਉਹ ਸਬ ਇੰਸਪੈਕਟਰ ਜਾਂ ਇੰਸਪੈਕਟਰ ਹੁੰਦੇ। ਔਰ ਇੱਥੋਂ ਯਾਦ ਆਉਂਦਾ ਕਿ ਥੋੜ੍ਹੇ ਦਿਨ ਪਹਿਲਾਂ ਮੇਰੀ ਆਪਣੇ ਪੰਜਾਬ ਦੇ ਹੀ ਇੱਕ ਮਹਾਨ ਕੋਚ ਸ਼੍ਰੀ ਰਾਮ ਪ੍ਰਤਾਪ ਜੀ, ਜੋ ਸਪੋਰਟਸ ਕਾਲਜ ਦੇ ਵਿੱਚ ਚੀਫ ਕੋਚ ਰਹਿ ਚੁੱਕੇ ਨੇ, ਔਰ ਉਹਨਾਂ ਦੀ ਇੰਨੀ ਕੁ ਦੇਣ ਹੈ ਕਿ ਸ਼ਾਇਦ ਹੀ ਪੰਜਾਬ ਦੇ ਵਿੱਚ ਕਿਸੇ ਦੀ ਦੇਣ ਹੋਵੇ ਸਪੋਰਟਸ ਲਈ ਇੱਕ ਫੁੱਲ ਕ੍ਰੇਜ਼ੀ ਪਰਸਨ ਹੋ ਜਾਣਾ ਜਾਂ ਟੋਟਲ ਆਪਣਾ ਆਪ ਸਮਰਪਿਤ ਕਰ ਜਾਣਾ। ਔਰ ਉਹਨਾਂ ਨੇ ਮੈਨੂੰ ਇਹੀ ਕਿਹਾ ਸੀਗਾ ਕਿ ਦਵਿੰਦਰ, ਤੂੰ ਖੇਡਿਆ ਨਾਲ, ਬਟ ਮੈਂ ਉਹਨਾਂ ਬੱਚਿਆਂ ਨੂੰ ਤਿਆਰ ਕੀਤਾ ਸੀ। ਉਹ ਤਾਂ ਬਹੁਤ ਸ਼ਰੀਫ ਸੀ ਬੱਚੇ, ਜਾਂ ਇਹ ਚੀਜ਼ਾਂ ਹੋਈਆਂ ਕਿ ਕੈਸ਼ ਅਵਾਰਡ ਸਾਡੇ ਅੱਜ ਵੀ ਬੇਟਾ ਸਟਰੋਂਗ ਨਹੀਂ। ਤੂੰ ਇੰਟਰਵਿਊਜ਼ ਕਰਦਾ ਹੈ, ਤੂੰ ਬੋਲਦਾ ਹੈ, ਵੀ ਮਾਣ ਹੈ ਮੈਨੂੰ ਕਿ ਹਾਂ ਪੰਜਾਬ ਦੇ ਵਿੱਚ, ਕਿਉਂਕਿ ਸਰ ਕੋਈ ਇਹ ਘਟਨਾ ਹੋਈਆਂ ਬਹੁਤਿਆਂ ਨਾਲ, ਬਟ ਬੋਲਿਆ ਕੋਈ ਨਹੀਂ।
ਸਮਝ ਨਹੀਂ ਆਉਂਦੀ ਬੋਲੇ ਕਿਉਂ ਨਹੀਂ। ਬਟ ਮੇਰਾ ਖਿਆਲ ਇਹ ਸਾਨੂੰ ਇਕਜੁੱਟਤਾ ਕਰਨੀ ਪੈਣੀ ਹੈ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਜੋ ਦੁਰਘਟਨਾ ਉਹ ਕਦੀ ਨਾ ਵਾਪਰੇ ਸਾਡੇ ਨਾਲ। ਤੁਹਾਨੂੰ ਵੀ ਲਗਭਗ 20 ਸਾਲ ਦਾ ਕਰੀਅਰ ਹੋ ਗਿਆ, 21ਵਾਂ ਸਾਲ ਸ਼ਾਇਦ ਕਰੀਅਰ ਦੇ ਵਿੱਚ ਲੱਗਾ। ਤੁਸੀਂ ਜੈਵਲਿਨ ਥਰੋ ਦੇ ਪਲੇਅਰ ਹੋ, ਬਹੁਤ ਸਾਰੇ ਮੈਡਲ ਵੀ ਜਿੱਤੇ, ਉਹਦੇ ਉੱਤੇ ਵੀ ਗੱਲ ਕਰਾਂਗੇ। ਜੈਪਾਲ ਭੁੱਲਰ ਹੋਰੀ, ਵਿੱਕੀ ਗੌਂਡਰ ਹੋਰੀ, ਪ੍ਰੇਮਾ ਲਾਹੌਰੀਆ, ਗੈਂਗਸਟਰ ਨਾਮ ਉਹਨਾਂ ਦੇ ਨਾਲ ਜੁੜ ਗਿਆ। ਕਿਤੇ ਇੱਕ ਪਾਸੇ ਐਥਲੀਟ ਸੀਗੇ, ਐਥਲੀਟ ਜੈਪਾਲ ਭੁੱਲਰ ਹੁੰਦਾ ਸੀਗਾ, ਤਾਂ ਬਾਅਦ ਵਿੱਚ ਗੈਂਗਸਟਰ ਜੈਪਾਲ ਭੁੱਲਰ ਬਣ ਗਿਆ। ਇਹ ਸਾਰੇ ਪਲੇਅਰ ਖੇਡਦੇ ਸੀ ਉਦੋਂ, ਸਾਰੇ ਨੈਸ਼ਨਲ ਲੈਵਲ ਦੇ ਪਲੇਅਰ ਸੀਗੇ। ਹਾਂ, ਇਹਨਾਂ ਦੇ ਵਿੱਚੋਂ ਜਿੱਦਾਂ ਪ੍ਰੇਮਾ ਲਾਹੌਰੀਆ ਹੈ, ਉਹ ਆਪਣਾ 110 ਹਰਡਲਸ ਪਹਿਲਾਂ ਕੀਤੀਆਂ ਨੇ, ਉਸ ਤੋਂ ਬਾਅਦ 400 ਮੀਟਰ ਕਰਦੇ ਰਹੇ ਆ। ਠੀਕ ਹੈ, ਉਹ ਸਟੇਟ ਲੈਵਲ ਦੇ ਪਲੇਅਰ ਸੀਗੇ, ਨੈਸ਼ਨਲ ਪਾਰਟਿਸਿਪੇਟ ਕਰਨਾ, ਜਿੱਦਾਂ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ। ਔਰ ਜਦੋਂ ਆਪਾਂ ਇੱਕ ਸਪੋਜ਼ ਮੈਂ ਡਿਸਟ੍ਰਿਕਟ ਨੂੰ, ਜਲੰਧਰ ਨੂੰ ਰਿਪਰੈਜ਼ੈਂਟ ਕਰ ਰਿਹਾ ਨਾ, ਉੱਥੇ ਹੀ ਬਹੁਤ ਵੱਡੀ ਗੱਲ ਹੋ ਜਾਂਦੀ ਕਿ ਮੈਂ ਆਪਣੇ ਡਿਸਟ੍ਰਿਕਟ 'ਚੋਂ ਫਸਟ ਹੋਇਆ, ਦੈਨ ਮੈਂ ਅੱਗੇ ਸਟੇਟ ਨੂੰ ਰਿਪਰੈਜ਼ੈਂਟ ਕਰੂੰਗਾ ਜਾਂ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕਰੂੰਗਾ। ਸੋ ਇਹ ਵੀ ਵੱਡੀ ਉਪਲਬਧੀ ਸੀਗੀ। ਇਹਨੂੰ ਆਪਾਂ ਛੋਟੇ ਲੈਵਲ ਦੀ ਗੇਮ ਨਹੀਂ ਬੋਲ ਲੈਂਦੇ, ਨਹੀਂ ਤਾਂ ਬਹੁਤ ਸਾਰੇ ਐਥਲੀਟ ਨੇ ਜੋ ਮੇਰਾ ਖਿਆਲ ਜਿਨ੍ਹਾਂ ਦਾ ਸੁਪਨਾ ਹੀ ਰਹਿ ਜਾਂਦਾ ਕਿ ਮੈਂ ਮੇਰੀ ਸਟੇਟ ਲਈ ਖੇਲਾਂ, ਬਟ ਇੱਥੇ ਤਾਂ ਸਿਸਟਮ ਕੁਝ ਹੋਰ ਹੈ। ਸੋ ਇਹ ਸਾਰੇ ਐਥਲੀਟ ਸੀਗੇ। ਕੁਝ ਕੈਸ਼ ਅਵਾਰਡਸ ਜਾਂ ਕੁਝ ਇਹ ਚੀਜ਼ਾਂ ਮਜਬੂਰੀਆਂ ਹੋਣ ਕਰਕੇ ਪੇਰੈਂਟਸ ਕੋਲੋਂ ਮੰਗੇ ਪੈਸੇ ਇਹਨਾਂ ਨੇ ਲਏ ਨੇ, ਬਟ ਕਿਸੇ ਹੱਦ ਤੋਂ ਬਾਅਦ 'ਚ ਇਹ ਚੀਜ਼ ਪਲੇਅਰ ਇੱਕ ਬਹੁਤ ਸ਼ਾਏ ਬੰਦਾ ਹੁੰਦਾ, ਸਭ ਦੀ ਇੱਜ਼ਤ ਕਰਨ ਵਾਲਾ। ਇਹਨਾਂ ਨੇ ਫਿਰ ਉਹ ਚੀਜ਼ਾਂ ਨਹੀਂ ਮੰਗ ਸਕਦੇ, ਨਾ ਜੇ ਮੰਗਣ ਤੇ ਵੀ ਸਾਨੂੰ ਫਿਰ ਨਾ ਮਿਲੀਆਂ ਜਾਂ ਘਰੋਂ ਵੀ, ਫਿਰ ਇਹ ਚੀਜ਼ਾਂ ਕਿਤੋਂ ਨਾ ਕਿਤੋਂ ਬੁਰੀ ਸੰਗਤ ਵੱਲ ਲੈ ਜਾਂਦੀਆਂ। ਜਿਵੇਂ ਜੈਪਾਲ ਭੁੱਲਰ ਹੋਣ ਦੇ ਅਕਸਰ ਕਿਹਾ ਜਾਂਦਾ, ਕਹਿੰਦੇ ਬਹੁਤ ਸਾਊ ਦੇ ਕਿਸਮ ਦਾ ਇੱਕ ਉਹ ਖਿਡਾਰੀ ਸੀਗਾ ਉਸ ਟਾਈਮ, ਇੱਕ ਐਥਲੀਟ ਸੀਗਾ। ਜਾਂ ਵਿੱਕੀ ਗੌਂਡਰ ਦੀ ਗੱਲ ਕਰੀਏ ਤਾਂ ਪਹਿਲਾਂ ਜ਼ਿੰਦਗੀ ਹੋਰ ਸੀ, ਬਾਅਦ 'ਚ ਜ਼ਿੰਦਗੀ ਬਦਲ ਗਈ ਉਹਨਾਂ ਦੀ, ਗਲਤ ਰਸਤੇ ਤੋਂ ਚਲੇ ਗਏ ਜਾਂ ਭਟਕ ਗਏ, ਕੋਈ ਹਾਲਾਤਾਂ ਨੇ ਭਟਕਾਤਾ ਉਹਨਾਂ ਨੂੰ। ਤੁਸੀਂ ਪਲੇਅਰ ਸੀਗੇ, ਨਾਲ ਵਿਚਰਦੇ ਸੀ, ਕਈ ਵਾਰ ਤਾਂ ਇਦਾਂ ਹੋ ਜਾਂਦਾ ਵੀ ਪਲੇਅਰ ਜਦੋਂ ਜ਼ਿਆਦਾ ਉਪਲਬਧੀਆਂ ਕਰ ਜਾਂਦਾ ਕਿਤੇ ਉਹਦੇ ਵਿੱਚ ਹੈਂਕੜ ਆ ਜਾਂਦੀ, ਉਹਨਾਂ ਦੀ ਇਦਾਂ ਦੀ ਨੇਚਰ ਸੀ ਕੁਛ ਇਦਾਂ ਦਾ? ਨਹੀਂ ਸਰ, ਪਲੇਅਰ ਹੈਂਕੜਬਾਜੀ ਕਰਨ ਵਾਲੇ ਮੈਂ ਨਹੀਂ ਕਹਿੰਦਾ ਨਹੀਂ ਹੁੰਦੇ, ਬਟ ਜੇ ਗੱਲ ਤੁਸੀਂ ਇਹਨਾਂ ਦੀ ਕੀਤੀ ਹੈ ਨਾ, ਐਥਲੀਟਸ ਲਾਈਫ ਬਹੁਤ ਸਾਇਲੈਂਟ ਆ। ਤੁਸੀਂ ਭਲਵਾਨ ਦੇਖਿਓ ਕਦੀ, ਉਹਨਾਂ ਵਰਗਾ ਕੋਈ ਠੰਡਾ ਆਦਮੀ ਨਹੀਂ ਹੋ ਸਕਦਾ। ਸੋ ਸਾਰੇ ਐਥਲੀਟਸ ਹੀ ਇਦਾਂ ਦੇ ਹੁੰਦੇ ਨੇ। ਇਹ ਨਹੀਂ ਕਿ ਕੋਈ ਉਹ ਰੈਸਲਿੰਗ ਕਰਦੇ ਆ ਕਿ ਰੈਸਲਿੰਗ ਲਾਈਕ ਨਾਟ ਆ ਕੁੱਟ ਮਾਰ ਕਰ ਦੇਣੀ ਕਿਸੇ ਨੂੰ। ਜਿੰਨਾ ਸਰੀਰ ਵੱਡਾ ਓਨੀ ਠੰਬਰਤਾ ਜ਼ਿਆਦਾ, ਨਿਮਰਤਾ ਬਹੁਤ ਹੋਊਗੀ। ਨਹੀਂ, ਇਦਾਂ ਦੇ ਨਹੀਂ ਸੀ। ਤੁਹਾਡੇ ਕੁਐਸਚਨ ਦੇ ਅਕੋਰਡਿੰਗ ਇਦਾਂ ਦੇ ਨਹੀਂ ਸੀ, ਸਾਇਲੈਂਟ ਹੀ ਪਰਸਨ ਸੀਗੇ। ਰਾਮ ਪ੍ਰਤਾਪ ਸਰ ਵੀ ਇਹੀ ਕਹਿ ਰਹੇ ਸੀਗੇ ਕਿ ਸਾਇਲੈਂਟ ਪਰਸਨ ਸੀਗੇ। ਅੱਛਾ, ਕਿਉਂ ਇਹ ਰਾਹ ਫਿਰ ਗੈਂਗਸਟਰੀ ਦਾ ਰਾਹ ਕਿਉਂ ਚੁਣ ਜਾਂਦੇ ਨੇ? ਕਿਉਂ ਇਹਨਾਂ ਦੇ ਨਾਲ ਗੈਂਗਸਟਰ ਬਣ ਜਾਂਦਾ? ਇਹ ਪਾਲਿਸੀਆਂ ਮਾੜੀਆਂ ਨੇ, ਸਰਕਾਰਾਂ ਮਾੜੀਆਂ ਨੇ, ਜਾਂ ਕੀ ਕਾਰਨ ਕੀ ਮੰਨਦੇ ਹੋ? ਤੁਸੀਂ ਖੁਦ ਪਲੇਅਰ ਹੋ। ਜੀ ਸਰ, ਮੈਂ ਕਹਿੰਦਾ ਆ ਕਿ ਜਿੱਦਾਂ ਪਾਲਿਸੀਜ਼ ਵਗੈਰਾ ਦੇ ਵਿੱਚ ਬਹੁਤ ਤਬਦੀਲੀਆਂ ਹੋਣੀਆਂ ਚਾਹੀਦੀਆਂ, ਜਿਵੇਂ ਕਿ ਸਭ ਤੋਂ ਵੱਡੀ ਤਬਦੀਲੀ ਕਿ ਅਕੋਰਡਿੰਗ ਟੂ ਅਦਰ ਸਟੇਟ, ਨਹੀਂ ਤਾਂ ਆਪਣੇ ਹਿਸਾਬ ਦੇ ਨਾਲ ਹੀ ਆਪਾਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਅਸੀਂ ਪੰਜਾਬੀ ਆ ਜਾਂ ਅਸੀਂ ਇੱਦਾਂ ਆ। ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਕਿ ਕੈਸ਼ ਅਵਾਰਡ ਸਮੇਂ-ਸਮੇਂ ਦੇ ਨਾਲ ਇਹ ਚੀਜ਼ਾਂ ਹੁੰਦੀਆਂ। ਜਦੋਂ ਇਹ ਚੀਜ਼ਾਂ ਉਹਨਾਂ ਦੇ ਹੱਕ ਮਿਲ ਜਾਂਦੇ ਆ ਨਾ, ਮੰਨ ਲਓ ਤੁਸੀਂ ਸਟੇਟ ਲੈਵਲ ਤੱਕ ਖੇਲੇ ਹੋ ਜਾਂ ਨੈਸ਼ਨਲ ਲੈਵਲ ਤੱਕ ਖੇਲੇ ਹੋ, ਇਹ ਹਰੇਕ ਦਾ ਸਟੈਪ ਬਾਏ ਸਟੈਪ ਹੱਕ ਹੈ। ਤੁਸੀਂ ਦੇਖੋ, ਪੰਜਾਬ ਦੇ ਵਿੱਚ ਇੱਕ ਹੋਰ ਹੈਰਾਨੀ ਵਾਲੀ ਗੱਲ ਦੱਸਦਾ। ਤੁਸੀਂ ਜੂਨੀਅਰ ਨੈਸ਼ਨਲ ਖੇਲਦੇ ਹੋ ਜਦੋਂ, ਜਾਂ ਸਕੂਲ ਨੈਸ਼ਨਲ ਖੇਲਦੇ ਹੋ, ਤਾਂ ਕੈਸ਼ ਅਵਾਰਡ ਹੈਗਾ 50,000। ਪਰ ਜਦ ਤੁਸੀਂ ਸਕੂਲ ਦੇ ਵਿੱਚ 50,000 ਹੈ, ਸੀਨੀਅਰ ਨੈਸ਼ਨਲ ਖੇਲਦੇ ਹੋ ਤਾਂ ਕੈਸ਼ ਅਵਾਰਡ 40,000 ਹੈ। ਕ੍ਰਾਈਟੇਰੀਆ ਹੀ ਮੈਚ ਨਹੀਂ ਕਰਦਾ, ਜੂਨੀਅਰ ਦਾ ਜ਼ਿਆਦਾ, ਸੀਨੀਅਰ ਦਾ ਘੱਟ। ਜਦ ਕਿ ਸੀਨੀਅਰ ਦੇ ਵਿੱਚ ਸਰ ਓਵਰਆਲ ਇੰਡੀਆ ਦੇ ਮੋਸਟ ਸੀਨੀਅਰ ਪਲੇਅਰ ਔਰ ਟੌਪ ਆਉਂਦੇ ਆ, ਜੂਨੀਅਰਸ ਦੇ ਵਿੱਚ ਉਹਨਾਂ ਦੇ ਲੈਵਲ ਦੇ ਟੌਪ ਆਉਂਦੇ ਆ। ਸੋ ਕੈਸ਼ ਅਵਾਰਡ ਦੇ ਵਿੱਚ ਇਹ ਡਿਫਰੈਂਸ ਹੋਣੇ ਚਾਹੀਦੇ ਔਰ ਹੁੰਦੇ ਆ। ਸੋ ਇਹਨਾਂ ਦੇ ਵਿੱਚ ਵੀ ਇਹਨਾਂ ਨੂੰ ਸ਼ਾਇਦ ਇਹ ਚੀਜ਼ਾਂ ਮਿਲੀਆਂ ਹੁੰਦੀਆਂ ਤਾਂ ਨਹੀਂ ਜਾਂਦੇ। ਗਾਈਡਲਾਈਨਸ ਜਾਰੀ ਕਰਨੀਆਂ ਚਾਹੀਦੀਆਂ ਸਾਨੂੰ, ਪਾਲਿਸੀਜ਼ ਚੇਂਜ ਕਰਨੀਆਂ ਚਾਹੀਦੀਆਂ ਸਾਨੂੰ। ਇਹ ਚੀਜ਼ਾਂ ਹੋਣ ਤਾਂ ਜ਼ਿਆਦਾ ਡਿਵੈਲਪ ਹੋਏਗੀ ਮੇਰਾ ਖਿਆਲ ਸਟੇਟ ਸਾਡੀ। ਪਲੰਦਾ ਤੁਸੀਂ ਲੈ ਕੇ ਆਏ ਹੋ, ਸਬੂਤਾਂ ਦਾ ਪਲੰਦਾ ਹੈ ਇਹ। ਪੰਜਾਬ ਸਰਕਾਰ ਦੀਆਂ ਪੋਲਾਂ ਖੋਲੂਗਾ, ਖੇਡ ਵਿਭਾਗ ਦੀਆਂ ਵੀ ਪੋਲਾਂ ਖੋਲੂਗਾ, ਇਹ ਪਾਲਿਸੀਜ਼ ਦੀਆਂ ਪੋਲਾਂ ਖੋਲੂਗਾ। ਕੀ ਇਹ ਪਲੰਦਾ ਹੈਗਾ ਤੁਹਾਡੇ ਕੋਲ? ਔਰ ਮੈਨੂੰ ਲੱਗਦਾ ਵੀ ਇੱਕ ਪਲੰਦੇ ਦੇ ਵਿੱਚ ਵੀ ਵੱਡਾ ਕਾਰਨ ਹੋਊਗਾ ਵੀ ਪਲੇਅਰ ਫਿਰ ਗੇਮ ਨੂੰ ਛੱਡ ਕੇ ਗਲਤ ਰਾਹ ਦੇ ਉੱਤੇ ਜਾਂਦੇ ਕਿਉਂ ਨੇ? ਸਰ, ਇਹ ਦੇਖੋ, ਮੇਰਾ ਕੰਮ ਨਹੀਂ ਆ ਇਹ ਚੀਜ਼ਾਂ ਕਰਨਾ, ਰਾਈਟ। ਪਰ ਜੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕੋਈ ਬੰਦਾ ਬੋਲਦਾ ਨਹੀਂ, ਪਤਾ ਨਹੀਂ ਕਿਉਂ ਨਹੀਂ ਬੋਲੇ, ਮੈਨੂੰ ਨਹੀਂ ਪਤਾ। ਸ਼ਾਇਦ ਸ਼ਾਏ ਹੋਣਗੇ, ਸ਼ਾਇਦ ਨਰਵਸ ਫੀਲ ਕਰਦੇ ਹੋਣਗੇ। ਸੋ ਇਹ ਪਲੰਦਾ ਜਿਹੜਾ ਤੁਸੀਂ ਕਿਹਾ, ਇਹ ਮੇਰਾ ਕੰਮ ਗੇਮ ਕਰਨਾ ਹੈ, ਸਵੇਰੇ ਪ੍ਰੈਕਟਿਸ ਔਰ ਸ਼ਾਮ ਨੂੰ ਪ੍ਰੈਕਟਿਸ। ਮੇਰਾ ਕੰਮ ਇਹ ਇਕੱਠਾ ਕਰਨਾ ਨਹੀਂ। ਜੇ ਮੈਂ ਇਹ ਇਕੱਠਾ ਕਰ ਰਿਹਾ, ਇਟ ਮੀਨਸ ਮੇਰਾ ਧਿਆਨ ਡਾਇਵਰਟ ਹੋ ਰਿਹਾ ਕਿਤੇ ਨਾ ਕਿਤੇ, ਰਾਈਟ। ਸੋ ਇਹ ਚੀਜ਼ਾਂ ਬਹੁਤ ਮੁਸ਼ਕਲ ਨਾਲ ਇਕੱਠੀਆਂ ਕਰਕੇ ਅਕੋਰਡਿੰਗ ਟੂ ਬਹੁਤ ਦੂਰ ਨਹੀਂ ਜਾਣਾ। ਛੋਟੇ ਭਰਾ ਨੇ ਜੋ ਕੀਤਾ, ਮੈਂ ਉਹ ਦੱਸ ਰਿਹਾ। ਸਾਡੀ ਸਟੇਟ ਹਰਿਆਣਾ ਗਵਰਨਮੈਂਟ ਨੇ ਜੋ ਕੈਸ਼ ਅਵਾਰਡਸ ਨੇ, ਜਾਂ ਉੱਥੇ ਕੋਚਾਂ ਦੀ ਕੀ ਹਾਲਾਤ ਨੇ, ਜਾਂ ਗਰਾਊਂਡਸ ਦੀ ਕੀ ਹਾਲਾਤ ਨੇ, ਜਾਂ ਡਾਈਟਸ ਦੀ ਕੀ ਹਾਲਾਤ ਨੇ, ਉਹ ਸਾਰੇ ਤੁਹਾਡੇ ਨਾਲ ਰੱਖਾਂਗਾ।
ਇੱਕ ਇੱਕ ਕਰਕੇ ਆਪਾਂ ਗੱਲ ਕਰਦੇ ਹਾਂ ਜ਼ਰੂਰ। ਪੰਜਾਬ ਦੀ ਪਾਲਿਸੀ ਤੇ ਹਰਿਆਣਾ ਦੀ ਪਾਲਿਸੀ 'ਚ ਫਰਕ ਦੱਸੋ, ਖਿਡਾਰੀਆਂ ਨੂੰ ਮਿਲਦਾ ਕੀ ਹੈ? ਸਰ ਡਾਈਟ ਕੀ ਮਿਲਦੀ ਹੈ, ਕਿੰਨੇ ਸਟੇਡੀਅਮ ਨੇ, ਖੇਡਾਂ ਹੋ ਸਕਦੀਆਂ ਨੇ, ਜੇ ਮੈਡਲ ਲਿਆਉਣ ਤੋਂ ਬਾਅਦ ਕੀ ਮਿਲਦਾ, ਨੌਕਰੀਆਂ ਮਿਲਦੀਆਂ ਕਿ ਨਹੀਂ ਜੀ 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 ਮੈਂ ਸਭ ਤੋਂ ਪਹਿਲਾਂ ਆਪਾਂ ਗੁਰੂ ਸਾਹਿਬਾਨ ਦੇ ਹੁਕਮ ਦੇ ਅਕੋਰਡਿੰਗ ਮੈਂ ਗੱਲ ਕਰ ਲੈਣਾ ਜੀ। ਇਹੀ ਗੱਲ ਹੈ ਕਿ ਕੋਚ ਦਾ ਦਰਜਾ, ਗੁਰੂ ਦਾ ਦਰਜਾ ਮੇਰਾ ਖਿਆਲ ਪੇਰੈਂਟਸ ਤੋਂ ਵੀ ਉੱਪਰ ਦਿੱਤਾ ਜਾਂਦਾ ਹੈ, ਔਰ ਇਹ ਚੀਜ਼ ਕਿਤੇ ਨਾ ਕਿਤੇ ਨਹੀਂ ਹਰ ਜਗ੍ਹਾ ਹੀ ਲਾਗੂ ਹੁੰਦੀ ਹੈ, ਕਿਉਂਕਿ ਸਿਖਾਉਣ ਵਾਲਾ ਬਹੁਤ ਵੱਡਾ ਹੁੰਦਾ। ਉਹ ਚਾਹੇ ਇੱਕ ਟੀਚਰ ਹੋ ਜੇ, ਉਹ ਚਾਹੇ ਇੱਕ MBBS ਡਾਕਟਰ ਨੂੰ ਟੀਚਿੰਗ ਕਰਨ ਵਾਲਾ ਹੋਵੇ, ਜਾਂ ਇੱਕ ਕਿਸੇ ਵੀ ਤਰ੍ਹਾਂ ਦਾ ਆਪਾਂ ਸਾਇੰਟਿਸਟ ਲਾ ਲਓ, ਜਾਂ ਤੁਸੀਂ UPSC ਵਾਲੇ ਲਾ ਲਓ, ਜਾਂ ਤੁਸੀਂ ਕੋਈ ਸਪੋਰਟਸ ਵਾਲੇ ਲਾ ਲਓ। ਸੋ ਸਾਡੇ ਕੋਚਸ ਸਾਡੇ ਆਈਡਲ ਹੁੰਦੇ ਆ। ਸੋ ਇਹਨਾਂ ਦੇ ਵਿੱਚ ਮੈਂ ਕੁਝ ਲਿਖਿਆ ਕਿ ਪੰਜਾਬ ਦੇ ਵਿੱਚ ਔਰ ਹਰਿਆਣੇ ਦੇ ਵਿੱਚ ਜੋ ਕੋਚਸ ਡਿਫਰੈਂਸ ਨੇ, ਮੈਂ ਤੁਹਾਨੂੰ ਉਹ ਦੱਸ ਦਊਂਗਾ। ਪਹਿਲਾਂ ਤੇ ਇਹਨਾਂ ਦੀ ਓਵਰਆਲ ਸਟਰੈਂਥ ਕਿੰਨੀ ਹੈ। ਸਾਡੇ ਕੋਚਸ ਦੀ 350 ਟੋਟਲ ਸਟਰੈਂਥ ਹੈ, ਜਿਹਦੇ ਵਿੱਚ ਪੱਕੇ ਕੋਚ 160 ਨੇ ਤੇ ਆਊਟਸੋਰਸਸ ਵਾਲੇ 170 ਨੇ। PIS ਯਾਨੀ ਪੰਜਾਬ ਇੰਸਟੀਚਿਊਟ ਆਫ ਸਪੋਰਟਸ, ਜੋ ਸਾਡੇ ਰਿਸਪੈਕਟਡ ਗਰੇਵਾਲ ਸਰ ਨੇ ਚਲਾਈ ਸੀਗੀ, ਉਹਦੇ ਵਿੱਚ 20 ਲਗਭਗ ਕੋਚ ਨੇ। ਹਰਿਆਣਾ ਦੇ ਵਿੱਚ ਹੁਣ ਗੱਲ ਕਰੋ 350, ਹਰਿਆਣਾ ਦੇ 1300 ਕੋਚ। ਸਿੰਪਲ ਜੀ ਐਗਜ਼ਾਮਪਲ ਦੇਣਾ ਜੀ, 1300 ਕੋਚ ਦੇ ਵਿੱਚੋਂ 700 ਕੋਚ ਨੇ ਇੱਕ ਇੱਕ ਐਥਲੀਟ ਨੂੰ ਤਿਆਰ ਕੀਤਾ। ਮੈਂ ਨਹੀਂ ਕਹਿੰਦਾ 1300 ਨੇ ਗੁੱਡ ਐਫਰਟ ਲਾਇਆ। ਜਦੋਂ ਉਹ 1300 ਚੋਂ 700 ਨੇ ਇੱਕ ਇੱਕ ਪਲੇਅਰ ਤਿਆਰ ਕੀਤਾ, ਉਹਨਾਂ ਨੇ ਇੱਕ ਇੱਕ ਮੈਡਲ ਲੈ ਕੇ ਆਂਦਾ ਨੈਸ਼ਨਲ ਦੇ ਵਿੱਚ, ਤੇ ਇਹ 700 ਮੈਡਲ ਆ ਗਏ ਉਹਨਾਂ ਦੇ। 700 ਮੈਡਲ ਨਾਲ ਸਟੇਟ ਬਹੁਤ ਟੌਪ ਵਿਨਰ ਹੁੰਦੀ ਹੈ। ਜੇ 700 ਨਹੀਂ ਤਾਂ 500 ਹੀ ਮੈਡਲ ਲਾਓ ਤੁਸੀਂ, ਪਰ ਸਾਡੇ 350 ਦੇ ਵਿੱਚੋਂ ਅਸੀਂ ਮੈਡਲ ਵੀ ਲੈ ਕੇ ਆ ਜਾਈਏ ਨਾ, ਤਾਂ ਆਪਾਂ ਜੇ ਉਹਨਾਂ ਦੇ ਮੈਂ 1300 ਚੋਂ 500 ਕਹਿ ਰਿਹਾ, ਫਿਰ ਆਪਣੇ ਵੀ 350 ਚੋਂ ਮੈਨੂੰ 200 ਜਾਂ 150 ਹੀ ਕਹਿਣਾ ਪਏਗਾ। 150 ਦੇ ਹਿਸਾਬ ਨਾਲ ਅਸੀਂ ਕਿਸੇ ਗਿਣਤੀ 'ਚ ਨਹੀਂ ਹੈਗੇ। ਅੱਛਾ, ਉਹਨਾਂ ਦੇ ਪੱਕੇ ਕੋਚ ਨੇ ਲਗਭਗ 600, ਠੀਕ ਹੈ ਜੀ। ਆਊਟਸੋਰਸਸ 150 ਨੇ। ਇੱਕ ਉਹਨਾਂ ਦੀ ਹੋਰ ਬਹੁਤ ਵਧੀਆ ਮੈਨੂੰ ਲੱਗੀ ਕਿ ਉਹਨਾਂ ਨੇ ਹੁਣ ਇੱਕ ਪਲਾਨ ਸਟਾਰਟ ਕੀਤਾ ਸੀਗਾ ਡਿਪਟੀ ਡਾਇਰੈਕਟਰ, ਜੋ ਕਿ ਇਹ IS ਦੇ ਨੀਚੇ ਕੰਮ ਕਰਦੇ ਨੇ, ਡਾਇਰੈਕਟਰ ਆਫ ਸਪੋਰਟਸ ਦੇ ਕੰਮ ਨੀਚੇ ਕਰਦੇ ਨੇ। ਉਹਦੇ ਵਿੱਚ ਉਹਨਾਂ ਨੇ ਲਗਭਗ 50 ਰੱਖੇ ਨੇ, ਔਰ ਇਹ ਬਹੁਤ ਹੀ ਵਧੀਆ ਪਾਲਿਸੀ ਚਲਾਈ ਹੋਈ ਹੈ। ਜੇ ਤੁਸੀਂ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ ਦੇ ਵਿੱਚ ਸਰਵਿਸ ਤੋਂ ਲੱਗਦਾ ਤੁਹਾਨੂੰ ਕਿ ਐਥਲੀਟ ਉਹਦੇ ਐਲੀਜੀਬਲ ਨਹੀਂ ਹੈਗਾ, ਤਾਂ ਇਹ ਇੱਕ ਇੱਦਾਂ ਦੀ ਪੋਸਟ ਹੈ ਕਿ ਜਿਹਦੇ ਵਿੱਚ ਐਥਲੀਟ 110% ਐਲੀਜੀਬਲ ਹੈ, ਕਿਉਂਕਿ ਸਟੂਡੈਂਟਸ ਨੂੰ ਇੱਕ ਟੀਚਰ ਪੜ੍ਹਾ ਸਕਦਾ। ਸਾਡੀ ਪਾਲਿਸੀ ਦੇ ਅਕੋਰਡਿੰਗ ਇੱਕ ਖਿਡਾਰੀ ਹੀ ਸਪੋਰਟਸ ਨੂੰ ਵੈਲ ਚਲਾ ਸਕਦਾ, ਨਾਨ ਸਪੋਰਟਸਮੈਨ ਬੰਦਾ ਨਹੀਂ ਪਲੇ ਕਰ ਸਕਦਾ ਇਸ ਪਾਲਿਸੀ ਨੂੰ ਜਾਂ ਇਸ ਸਿਸਟਮ ਨੂੰ, ਉਹਨੂੰ ਉਸ ਬਾਰੇ ਪਤਾ ਨਹੀਂ। ਸੋ ਇਹ ਚੀਜ਼ ਹੈ ਕਿ ਇਹਨਾਂ ਨੂੰ ਉੱਥੇ ਸਪੋਰਟਸ ਪਰਸਨ ਜਿੱਦਾਂ ਉਹਨਾਂ ਨੇ ਲਾਏ ਕਿ ਸਾਨੂੰ ਵੀ ਉਹ ਚੀਜ਼ ਲਾਉਣੀ। ਕੋਚਾਂ ਦਾ ਫਰਕ ਹੋ ਗਿਆ, ਜਦੋਂ ਫਿਰ ਮੈਡਲ ਲੈ ਕੇ ਆਉਂਦਾ ਪਲੇਅਰ, ਪੰਜਾਬ ਵਾਲੇ ਕੀ ਦਿੰਦੇ ਨੇ ਤੇ ਹਰਿਆਣੇ ਵਾਲੇ ਕੀ ਦਿੰਦੇ ਨੇ? ਸਰ ਇਹ ਵੱਖ-ਵੱਖ ਜਗ੍ਹਾ ਦੇ ਮੈਡਲ ਨੇ। ਜਿੱਦਾਂ ਕਿ ਆਪਣਾ ਸਟੇਟ ਦਾ ਲਾ ਲਓ, ਸਟੇਟ ਤੁਹਾਨੂੰ ਮੈਂ ਇੱਕ ਸਟੇਟ ਦੀ ਸਿੰਪਲ ਉਦਾਹਰਨ ਦੇ ਦੇਣਾ। ਸਾਡਾ ਹੈਗਾ 10,000 ਰੁਪੀਸ, ਅੱਛਾ, ਤੇ ਇਹੀ ਹਰਿਆਣੇ ਦਾ ਹੈਗਾ 1 ਲੱਖ। ਰਾਜਸਥਾਨ ਦੇ ਵਿੱਚ ਵੀ 1 ਲੱਖ ਹੈ, ਉਹ ਦਿੱਲੀ ਦੇ ਵਿੱਚ ਵੀ 1 ਲੱਖ ਹੈ, ਉਹ ਉੱਤਰ ਪ੍ਰਦੇਸ਼ ਦੇ ਵਿੱਚ ਵੀ 1 ਲੱਖ ਹੈ। ਸੋ ਇਹਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਦਿੰਦਾ ਜੀ, ਕੈਸ਼ ਅਵਾਰਡ ਸਾਡੇ ਬਹੁਤ ਫਰਕ ਹੈ। ਅੱਛਾ, 2000 ਹੁਣ ਆਪਾਂ ਇਹ ਸਟੇਟ ਸੀਗੀ, ਨੈਸ਼ਨਲ ਦੇ ਵਿੱਚ ਅਲੱਗ ਨੇ 5, 3, 2 ਉਹਨਾਂ ਦਾ, ਔਰ ਸਾਡਾ ਹੈਗਾ 40,000 ਅੱਛਾ 골ਡ ਦਾ। ਇੱਕ ਤਾਂ ਬਹੁਤ ਲੱਖਾਂ ਦਾ ਫਰਕ ਪੈ ਗਿਆ ਫਿਰ। ਅਜੇ ਮੈਂ ਕਰੋੜਾਂ ਦਾ ਵੀ ਪਾਉਣਾ। ਤੁਸੀਂ ਦੇਖੋ ਇਹ ਸੱਚ ਹੈ ਕਿ ਕੋਈ ਬੰਦਾ ਇਹਨੂੰ ਗਲਤ ਕਰੇ ਤਾਂ ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ ਉਹਨਾਂ ਨਾਲ। ਪੰਜਾਬ ਦੇ ਬਹੁਤ ਪਲੇਅਰ ਤਾਂ ਹੀ ਅਦਰ ਸਟੇਟਸ ਵੱਲ ਭੱਜਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ। ਹਰਿਆਣਾ ਵੱਲੋਂ ਖੇਡ ਲੈਣਗੇ ਜਾਂ ਮਹਾਰਾਸ਼ਟਰ ਵੱਲੋਂ ਖੇਡ ਲੈਣਗੇ ਜਾਂ ਉਹ ਰਿਪਰੈਜ਼ੈਂਟ ਕਰ ਲੈਣਗੇ ਦਿੱਲੀ ਨੂੰ। ਸਾਡੇ ਪੰਜਾਬ ਨਾਲੋਂ ਵੱਡੀ ਤਾਂ ਦਿੱਲੀ ਵੀ ਹੈ ਨਹੀਂ। ਸੋ 2018 ਦੀ ਪਾਲਿਸੀ ਤੋਂ ਮੈਂ ਪਹਿਲਾਂ ਦੀ ਗੱਲ ਕਰਾਂ ਤਾਂ 26 ਲੱਖ ਏਸ਼ੀਅਨ ਗੇਮਸ ਦਾ ਸੀਗਾ। ਉਸ ਟਾਈਮ ਹਰਿਆਣਾ ਦਾ 2 ਕਰੋੜ ਸੀ। 26 ਲੱਖ ਔਰ 2 ਕਰੋੜ। ਤੁਸੀਂ ਲੱਖ ਦੀ ਗੱਲ ਕੀਤੀ, ਮੈਂ ਕਰੋੜ 'ਚ ਆ ਗਿਆ। ਇਹਨਾਂ ਨੇ ਸ਼ਰਮੋ ਸ਼ਰਮੀ ਉਹਦੇ ਵੱਲ ਦੇਖ ਕੇ 1 ਕਰੋੜ ਕਰ ਦਿੱਤੀ, ਬਟ ਉਹਨਾਂ ਨੇ 2 ਤੋਂ 3 ਕਰ ਦਿੱਤਾ, 3 ਕਰੋੜ। ਹੁਣ ਜੇ ਇਹੀ ਪਾਲਿਸੀ ਮੈਂ ਰਾਜਸਥਾਨ ਦੀ ਗੱਲ ਕਰਾਂ ਤਾਂ ਤੁਸੀਂ ਹੋਰ ਵੀ ਸ਼ੌਕਡ ਹੋਣਾ ਕਿ ਆਪਾਂ ਕਹਿੰਦੇ ਆਪਾਂ ਬਹੁਤ ਡਿਵੈਲਪਡ ਹਾਂ, ਪੰਜਾਬ ਕਿਸੇ ਨਾਲੋਂ ਘੱਟ ਨਹੀਂ, ਪੰਜਾਬ ਵਰਗਾ ਕੋਈ ਸੂਬਾ ਹੀ ਨਹੀਂ, ਪਾਣੀਆਂ ਦੀ ਧਰਤੀ ਹੈ। ਮਾਣ ਹੈ ਮੈਨੂੰ ਵੀ ਪੰਜਾਬੀ ਹੋਣ ਤੇ ਮਾਣ ਹੈ। ਮੈਂ ਇਹਦੀਆਂ ਹਾਨੀਆਂ ਨਹੀਂ ਦੱਸ ਰਿਹਾ, ਸੱਚ ਜਾਣਿਓ, ਮੈਂ ਉਹ ਦੱਸ ਰਿਹਾ ਜੋ ਇੱਕ ਸਪੋਰਟਸਮੈਨ ਨਾਲ ਬੀਤਦੀ ਹੈ। ਉੱਥੇ ਹਰਿਆਣੇ ਦੀ ਰਾਜਸਥਾਨ ਦੀ ਪਾਲਿਸੀ ਦੇ ਵਿੱਚ 3 ਕਰੋੜ ਰੁਪਈਆ ਓਲੰਪਿਕ ਦਾ ਕੈਸ਼ ਹੈ। ਉਸ ਤੋਂ ਬਾਅਦ 25 ਕਿੱਲੇ ਜ਼ਮੀਨ ਆ। ਅੱਛਾ, ਹੁਣ 25 ਕਿੱਲੇ ਜ਼ਮੀਨ ਨੂੰ ਤੁਸੀਂ 1 ਕਿੱਲੇ ਨੂੰ ਆਪਣੇ ਪੰਜਾਬ ਦੇ ਹਿਸਾਬ ਨਾਲ ਮੇਰਾ ਖਿਆਲ 25-30 ਸਰਕਾਰੀ ਰੇਟ ਆ, ਉਹਦੇ ਨਾਲ ਕਾਊਂਟ ਕਰ ਲਿਓ, ਬਹੁਤ ਵੱਡੀ ਉਪਲਬਧੀ ਹੋ ਜਾਣੀ। ਅੱਛਾ, ਇੱਕ ਉਹਨਾਂ ਦੀ ਜੋ ਸਭ ਤੋਂ ਵੱਡੀ ਚੀਜ਼ ਹੈ ਕਿ ਸਰ ਆਪਣੇ ਪਾਲਿਸੀ ਦੇ ਵਿੱਚ 3 ਕਾਲਮ ਨੇ, 골ਡ, ਸਿਲਵਰ ਦੈਨ ਬਰਾਊਨ।
ਉਹਨਾਂ ਦਾ 골ਡ ਸਿਲਵਰ ਬ੍ਰਾਊਨ ਦੈਨ ਪਾਰਟਿਸਿਪੇਟ। ਜੇ ਤੁਸੀਂ 올림픽 ਨੂੰ ਖੇਡਦੇ ਹੋ, ਤੁਸੀਂ ਕੁਝ ਨਹੀਂ ਕਰਨਾ, ਤੁਸੀਂ ਇੱਥੋਂ ਰਿਪਰੈਜ਼ੈਂਟ ਕਰਨ ਗਏ ਹੋ ਇੰਡੀਆ ਨੂੰ, 올림픽 ਕੁਆਲੀਫਾਈ ਕਰਕੇ ਖੇਡਦੇ ਹੋ, ਤੁਹਾਨੂੰ 15 ਲੱਖ ਰੁਪਈਆ ਮਿਲਦਾ। ਉਹ ਸਾਡੀ ਸਟੇਟ ਦੇ ਵਿੱਚ ਕਿਤੇ ਰਿਟਨ ਦੇ ਵਿੱਚ ਕ੍ਰਾਈਟੇਰੀਆ ਦੇ ਵਿੱਚ ਨਹੀਂ ਹੈਗਾ ਕਿ 15 ਲੱਖ ਜਾਂ ਕੁਝ ਐਦਾਂ ਦਾ। ਉਸ ਤੋਂ ਬਾਅਦ 'ਚ ਆ ਜਾਂਦੀ ਕਾਮਨਵੈਲਥ ਗੇਮਸ, ਇਹ 16 ਲੱਖ ਤੋਂ ਇਹਨਾਂ ਨੇ 75 ਲੱਖ ਕੀਤਾ ਤੇ ਉਹਨਾਂ ਨੇ ਵੀ 2 ਕਰੋੜ ਕਰ ਦਿੱਤਾ। ਸਭ ਤੋਂ ਹੈਰਾਨ ਕਰਨ ਵਾਲੀ ਜਿਹੜੀ ਗੱਲ ਹੈ ਜੀ, ਕਿਸੇ ਦੇਸ਼ ਦਾ ਕਹਿੰਦੇ ਹੁੰਦੇ ਕਿ ਉਹਨੂੰ ਬਹੁਤ ਉੱਪਰ ਤੱਕ ਲੈ ਕੇ ਜਾਣ ਵਾਲਾ ਚਾਹੇ ਉਹ ਕਿਸਾਨ ਧਰਨਾ ਹੀ ਆ, ਜੇ ਸਾਡਾ ਧਰਨਾ ਅੱਜ ਦਿੱਲੀ ਤੱਕ ਪਹੁੰਚਿਆ ਤਾਂ ਯੂਥ ਮਸਟ ਸੀਗਾ। ਬਾਬਿਆਂ ਦੀ ਬਦੌਲਤ ਵੀ ਹੈ, ਮੈਂ ਨਹੀਂ ਕਹਿੰਦਾ ਬਾਬਿਆਂ ਨੂੰ ਇਗਨੋਰ ਨਹੀਂ ਕਰ ਰਿਹਾ, ਬਾਬਿਆਂ ਦੀ ਵਜ੍ਹਾ ਨਾਲ ਹੀ ਅਸੀਂ ਹਾਂ, ਬਟ ਯੂਥ ਦੀ ਇੱਕ ਬਹੁਤ ਵੱਡੀ ਦੇਣ ਸੀ, ਉਹ ਚਾਹੇ ਬੈਰੀਅਰ ਪਲਟਾਉਣੇ ਹੀ ਸੀਗੇ। ਉੱਥੇ ਯੂਥ 올림픽 ਦਾ ਜੋ ਪਲੇਅਰ ਹੈ, ਜੋ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਔਰ ਯੂਥ 올림픽 'ਚ 골ਡ ਮੈਡਲ ਲੈ ਕੇ ਆਉਂਦਾ, ਉਹ 2 ਕਰੋੜ ਲੈਂਦਾ ਹਰਿਆਣੇ ਦੇ ਵਿੱਚ। ਯੂਥ ਹੁੰਦਾ ਹੈ ਜੀ ਅੰਡਰ 16, ਠੀਕ ਹੈ, ਸੌਰੀ ਅੰਡਰ 18। ਤੇ ਜੇ ਗੱਲ ਕਰੀਏ ਆਪਣੇ ਯੂਥ ਦੀ, ਇਹ ਦੇਸ਼ ਨੂੰ ਜਦੋਂ ਰਿਪਰੈਜ਼ੈਂਟ ਕਰਦਾ ਤੇ ਇਹਦਾ ਕੁਝ ਵੀ ਹੈ ਨਹੀਂ। ਅੱਛਾ, ਜਿਹੜਾ ਮਰਜ਼ੀ ਮੈਡਲ ਲੈ ਆਵੇ, ਫਿਰ ਮੈਂ ਕਹਿੰਦਾ ਚਾਹੇ ਰਿਕਾਰਡ ਕਰਕੇ ਆਵੇ, ਮੈਡਲ ਪਲੱਸ ਰਿਕਾਰਡ, ਕੁਝ ਨਹੀਂ ਮਿਲੇਗਾ। ਉਸ ਤੋਂ ਬਾਅਦ 'ਚ ਉਹਦਾ ਯੂਥ ਏਸ਼ੀਆ ਸੁਣੋ, ਇਹ ਨਹੀਂ ਹੈ ਕਿ ਸਾਡੇ ਪਲੇਅਰ ਖੇਡੇ ਨਹੀਂ, ਸਾਡੇ ਪਲੇਅਰ ਜੇ ਖੇਡਿਆ ਤੇ 7.5 ਲੱਖ ਦੀ ਪਾਲਿਸੀ ਦੇ ਹਿਸਾਬ ਨਾਲ ਉਹਨਾਂ ਨੂੰ ਪਾਰਟਿਸਿਪੇਟ ਦਾ ਵੀ ਮਿਲਣਾ ਚਾਹੀਦਾ, ਜੋ ਮਿਲਿਆ ਹਰਿਆਣੇ 'ਚ, ਰਾਈਟ। ਅੱਗੇ ਆ ਗਿਆ ਯੂਥ ਏਸ਼ੀਆ, ਇਹਦਾ ਕੈਸ਼ ਅਵਾਰਡ 골ਡ ਮੈਡਲ ਦਾ 1, 75 ਤੇ 50, 1 ਕਰੋੜ। ਸਾਡਾ ਯੂਥ ਏਸ਼ੀਆ ਦਾ ਵੀ ਕੋਈ ਨਹੀਂ, 올림픽 ਦਾ ਕੋਈ ਨਹੀਂ, ਯੂਥ ਏਸ਼ੀਆ ਦਾ ਕੋਈ ਨਹੀਂ। ਜਦੋਂ ਯੂਥ ਨੂੰ ਕੁਝ ਮਿਲੂਗਾ ਨਹੀਂ, ਤੁਸੀਂ ਅੱਗੇ ਵੀ ਗੱਲ ਕੀਤੀ, ਸਟਾਰਟਿੰਗ ਗੱਲ ਜਿੱਥੋਂ ਸਾਡੀ ਹੋਈ, ਉੱਥੇ ਯੂਥ ਨੂੰ ਮਿਲਣਾ ਚਾਹੀਦਾ ਸੀ। ਯੂਥ ਕਹਿੰਦੇ ਹੁੰਦੇ ਨਾ, ਇੱਕ ਪਿੰਡ 'ਚ ਇੱਕ ਬੱਚਾ ਕਿਸੇ ਗੁਰਬਾਣੀ ਦੇ ਵਿੱਚ ਲਾ ਲਓ ਉਹਨਾਂ ਸੰਥਿਆ ਲਈ ਹੈ, ਜਾਂ ਸਕੂਲ ਦੇ ਵਿੱਚ ਬਹੁਤ ਵਧੀਆ ਉਹ ਪੜ੍ਹਾਈ ਦੇ ਵਿੱਚ, ਤਾਂ ਸਾਰਾ ਪਿੰਡ ਮਿਲ ਕੇ ਉਹ ਬੱਚਿਆਂ ਨੂੰ ਕਹਿੰਦਾ ਦੇਖ ਉਹਦੇ ਵਰਗਾ ਬਣ, ਕਿਉਂਕਿ ਉਹਨੇ ਇੱਕ ਨਾਮ ਹਾਸਲ ਕੀਤਾ। ਇੱਥੇ ਯੂਥ 올림픽 ਦਾ ਨਾਮ ਪੂਰੇ ਵਰਲਡ ਦੇ ਵਿੱਚ ਤੁਸੀਂ ਇੱਕ ਨਾਮ ਛੱਡ ਕੇ ਆਉਣਾ। ਜਦੋਂ ਉਹਨੂੰ ਉਹਨਾਂ ਕੈਸ਼ ਅਵਾਰਡ ਮਿਲੇਗਾ ਨਾ 2 ਜਾਂ 1, ਤਾਂ ਮੇਰਾ ਖਿਆਲ ਪੂਰੇ ਪਿੰਡ ਦੇ ਬੱਚੇ ਪਾਗਲ ਹੋ ਜਾਣਗੇ। ਮੈਂ ਪਿੰਡ ਇਸ ਕਰਕੇ ਕਹਿ ਰਿਹਾ ਕਿ ਇੱਕ ਛੋਟਾ ਉਹ ਚੀਜ਼ ਹੈ। ਇਹ ਸਭ ਕੁਝ ਦੇਖ ਕੇ ਕਿ ਜਦੋਂ ਹੱਕ ਨਹੀਂ ਮਿਲਣਾ, ਪੰਜਾਬ ਦੇ ਐਥਲੀਟਸ ਨੇ ਬਹੁਤ ਤਿਆਰੀ। ਸਰ ਇਹ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਨਾ ਪ੍ਰੋਸੈਸ, ਚਾਹੇ ਉਹ ਯੂਥ 올림픽 ਹੈ, ਚਾਹੇ 올림픽 ਹੈ, ਸੀਨੀਅਰ 올림픽, ਇਹ ਪ੍ਰੋਸੈਸ ਐਦਾਂ ਨਹੀਂ ਹੈਗੇ ਕਿ ਤੁਸੀਂ ਮੈਨੂੰ ਕਹੋ ਦਵਿੰਦਰ ਸਿੰਘ ਕੰਗ ਹੁਣ ਤਾਂ 올림픽 ਆਉਣ ਵਾਲੀ ਹੈ ਤੇ ਤਿਆਰੀ ਸ਼ੁਰੂ ਕਰੋ, 3 ਮਹੀਨੇ ਰਹਿ ਗਏ, 6 ਮਹੀਨੇ ਰਹਿ ਗਏ, ਨਹੀਂ। ਇਹ ਲੌਂਗ ਪ੍ਰੋਸੈਸ ਹੈ, 4 ਸਾਲ ਬਾਅਦ 'ਚ ਹੁੰਦੀ ਹੈ ਯੂਥ 올림픽 ਇਹ 4 ਸਾਲ ਬਾਅਦ 'ਚ ਹੋਣ ਵਾਲੀਆਂ ਨੇ। ਇਹਦੇ ਵਿੱਚ ਤੁਹਾਨੂੰ 3 ਸਾਲ ਦਾ ਮਿਨੀਮਮ ਟਾਈਮ ਚਾਹੀਦਾ। ਜੇ ਮੈਂ ਗੱਲ ਕਰਾਂ ਇਹਦੇ ਖਰਚੇ ਦੀ, ਲਗਭਗ 1 ਸਾਲ ਦਾ ਤੁਸੀਂ 18 ਲੱਖ ਰੁਪਈਆ ਫੂਕ ਦਿੰਦੇ ਹੋ 1 ਸਾਲ ਦੇ ਵਿੱਚ ਆਪਣੇ ਉੱਪਰ ਲਾ ਕੇ। ਉਹ ਹੁਣ ਗਵਰਨਮੈਂਟ ਨੇ ਨਹੀਂ ਦਿੱਤਾ, ਕਿਸੇ ਨੇ ਵੀ ਨਹੀਂ ਦਿੱਤਾ, ਮੈਂ ਵੀ ਬਹੁਤ ਫੂਕੇ ਨੇ ਆਪਣੇ ਉੱਪਰ, ਅੱਗੇ ਵੀ ਕਰਨਾ ਕੰਮ, ਕਿਉਂਕਿ ਨੈਕਸਟ ਈਅਰ ਵੀ ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ ਨੇ। ਉਸ ਤੋਂ ਬਾਅਦ 'ਚ ਵੀ ਗਿਵ ਅਪ ਤਾਂ ਨਹੀਂ ਕੀਤਾ ਨਾ। ਉਹ ਦਿਲ ਦੇ ਵਿੱਚ ਤਮੰਨਾ ਤੇ ਕਦੀ ਮਰੀ ਨਹੀਂ, ਇੱਛਾ ਨਹੀਂ ਮਰਦੀ ਹੁੰਦੀ, ਉਹ ਕਦੀ ਵੀ ਲਾ ਲਓ। ਜਦੋਂ 18 ਨੂੰ 3 ਨਾਲ ਗੁਣਾ ਕਰ ਲੈਂਦੇ ਆ ਤਾਂ ਉਹ ਬਹੁਤ ਵੱਡਾ ਹੋ ਜਾਂਦਾ, ਬਹੁਤ ਵੱਡੀ ਰਕਮ ਹੋ ਜਾਂਦੀ ਹੈ, ਜੋ ਕਿ ਆਪਾਂ ਫਸਲ ਵੀ 6 ਮਹੀਨੇ ਬਾਅਦ 'ਚ ਸਾਡੀ ਮਰ ਜਾਏ ਨਾ ਤੇ ਅਸੀਂ, ਮੇਰਾ ਖਿਆਲ ਜ਼ਿਮੀਂਦਾਰ ਸੁਸਾਈਡ ਕਰ ਲੈਂਦਾ। ਇੱਥੇ ਆਪਣੇ ਉੱਪਰ ਲਾਓ, ਪਿੱਛੋਂ ਤੁਸੀਂ ਖੇਡ ਵੀ ਗਏ ਤੁਹਾਨੂੰ ਮਿਲਿਆ ਕੱਖ ਨਹੀਂ, ਤੁਸੀਂ ਮੈਡਲ ਵੀ ਲਏ ਤੁਹਾਨੂੰ ਮਿਲਿਆ ਕੱਖ ਨਹੀਂ ਯੂਥ ਦੇ ਵਿੱਚ, ਰਾਈਟ। ਐਦਾਂ ਹੀ ਸਾਨੂੰ ਮਿਲਣਾ ਕੱਖ ਨਹੀਂ ਪਾਰਟਿਸਿਪੇਟ ਦਾ। ਜਾਂ ਸਾਨੂੰ ਦੇਖੋ, ਅਸੀਂ ਫਸਲ ਉਗਾ ਲੈਂਦੇ ਹਾਂ, ਅਸੀਂ ਆੜ੍ਹਤੀਏ ਕੋਲੋਂ ਪਹਿਲਾਂ ਪੈਸੇ ਫੜਦੇ ਹਾਂ, ਰਾਈਟ। ਇਹ ਆਪਾਂ ਬਾਅਦ 'ਚ ਕੁਛ ਐਂਡ ਜੇ ਤੇ ਵੀ ਫੜਨੇ ਪੈ ਜਾਂਦੇ ਨੇ ਸਾਨੂੰ ਸਮ ਟਾਈਮ, ਕਿ ਮੈਰਿਜ ਆ ਗਈ ਜਾਂ ਕੁਛ ਵੀ ਫਸਲ ਦੇ ਵਿੱਚ ਵੀਕਨੈਸ ਆ, ਕੋਈ ਨਦੀਨ ਹੈ ਕਿਸੇ ਤਰ੍ਹਾਂ ਦਾ। ਇੱਦਾਂ ਹੀ ਸਾਨੂੰ ਵੀ ਤਿਆਰੀ ਤੋਂ, ਕੰਪੀਟੀਸ਼ਨ ਤੋਂ ਬਾਅਦ 'ਚ ਇਹਨਾਂ ਨੇ ਜੋ 2 ਕਰੋੜ ਰੁਪਈਆ ਕੀਤਾ ਹੈ, ਉਹ ਜੇ ਇਹ ਕੁਛ ਪਹਿਲਾਂ ਦੇ ਦੇਣ, ਜੋ ਹਰੇਕ ਸਟੇਟ 'ਚ ਲਾਗੂ ਹੈ, ਸਾਡੇ ਨਹੀਂ ਲਾਗੂ। ਸਾਡੇ ਪਲੇਅਰਾਂ ਨੂੰ ਮਿਲਦਾ ਹੀ ਕੁਝ ਨਹੀਂ। ਸਟਾਰਟਿੰਗ ਦੇ ਵਿੱਚ ਸਾਨੂੰ ਜ਼ਰੂਰਤ ਕਦੋਂ ਪੈਂਦੀ ਹੈ, ਕੋਈ ਕੰਮ ਦੀ ਸ਼ੁਰੂਆਤ, ਦੁਕਾਨ ਪਾਉਣੀ ਹੈ, ਸ਼ੁਰੂਆਤ 'ਚ ਚਾਹੀਦੀ, ਚੱਲ ਗਈ ਤਾਂ ਫਿਰ ਤਾਂ ਹੈ ਹੀ ਹੈ ਨੇ ਨਾ ਸਾਡੇ ਕੋਲ। ਸਾਨੂੰ ਉਦੋਂ ਜ਼ਰੂਰਤ ਹੈ ਜਦੋਂ 18 ਲੱਖ ਰੁਪਈਆ ਅਸੀਂ ਸਾਲ ਦਾ ਪੱਲਿਓਂ ਲਾਉਂਦੇ ਹਾਂ, ਔਰ 3 ਸਾਲ ਦਾ ਪ੍ਰੋਸੈਸ ਹੈ, ਜਦੋਂ ਐਂਡ ਤੇ ਆ ਕੇ ਮਿਲਣਾ ਕੱਖ ਨਹੀਂ। ਇਹ ਇੱਕ ਉੱਦਾਂ ਦੀ ਗੱਲ ਹੀ ਹੈ ਕਿ ਇੱਕ ਬਹੁਤ ਵੱਡਾ ਮਜ਼ਾਕ ਹੈ, ਇਹ ਕਹਾਣ ਹੈ ਸਪੋਰਟਸ ਦੇ ਨਾਲ ਸਭ ਤੋਂ ਵੱਡਾ। ਇਹ ਗੱਲਾਂ ਸਾਰਿਆਂ ਨੂੰ ਪਤਾ, ਪਰ ਕਿਸੇ ਨੇ ਬੋਲਿਆ ਨਹੀਂ। ਅੱਛਾ, ਤੁਸੀਂ ਦੱਸੋ ਕਿੱਥੋਂ ਕਿਹੜੀ ਹੁਣ ਤੱਕ ਖੇਡ ਕੇ ਆਏ ਹੋ ਔਰ ਕਿੰਨੇ ਕੁ ਮੈਡਲ ਲੈ ਕੇ ਆਏ ਹੋ? ਸਰ ਮੈਂ ਜਿੱਦਾਂ ਦੱਸਿਆ ਸੀਗਾ ਕਿ ਸਾਡਾ 40,000 ਹੈ ਨੈਸ਼ਨਲ ਦਾ, ਔਰ ਹਰਿਆਣੇ ਦਾ 5-3-2, ਔਰ ਰਾਜਸਥਾਨ ਦਾ ਵੀ 5-3-2। ਮੈਡਲ ਕਿੰਨੇ ਲਏ ਤੁਸੀਂ? ਕਿੱਥੋਂ ਨੈਸ਼ਨਲ ਦੇ ਵਿੱਚ ਹੁਣ ਤੱਕ 25 ਵਾਰੀ ਆ। ਹੁਣ 25 125 ਕਰ ਲੈਂਦੇ ਆ ਉਹਨਾਂ ਦੇ ਅਕੋਰਡਿੰਗ। ਪੰਜਾਬ ਦੇ ਅਕੋਰਡਿੰਗ 5 ਚੌਕਾ 20, ਇਹ 2 ਬਣਦਾ ਹੈ, ਪਰ 2 ਵੀ ਨਹੀਂ ਮਿਲਦਾ।
ਕਿਉਂਕਿ ਕੁਝ ਕੰਪੀਟੀਸ਼ਨ ਦੀ ਇਹਨਾਂ ਨੇ ਪਾਲਿਸੀ ਕੱਟ ਕਰ ਦਿੱਤੀ, ਜਿਵੇਂ ਲਾਈਕ ਸੀਨੀਅਰ ਨੈਸ਼ਨਲ ਫੈਡਰੇਸ਼ਨ ਕੱਪ, ਇਹ ਪੂਰੇ ਇੰਡੀਆ ਦਾ ਕੰਪੀਟੀਸ਼ਨ ਹੁੰਦਾ ਨਾ ਕਿ ਇੱਕ ਸਟੇਟ ਦਾ, ਉਹਦਾ ਕੱਟ ਦਿੱਤਾ। ਇੱਥੇ ਪ੍ਰਾਈਜ਼ ਰਹਿ ਗਿਆ ਜਸਟ ਇੰਟਰ ਸਟੇਟ ਦਾ ਔਰ ਸੀਨੀਅਰ ਨੈਸ਼ਨਲ ਦਾ। ਇਹ ਦੋ ਦੇ ਰਹਿ ਗਏ। ਮੈਂ 25 ਵਾਰੀ ਖੇਲਿਆ, ਨੈਸ਼ਨਲ ਦੇ ਵਿੱਚ ਮੈਡਲ ਨੇ ਮੇਰੇ, 3 ਏਸ਼ੀਆ ਮੈਡਲ ਨੇ। ਉਸ ਤੋਂ ਬਾਵਜੂਦ ਜੋ ਮੈਨੂੰ ਇੱਕ ਸੈਟੀਸਫੈਕਸ਼ਨ ਦਿੰਦੀ ਹੈ, ਹੋਣਾ ਤਾਂ ਨਹੀਂ ਚਾਹੀਦਾ ਬਟ ਸਮ ਟਾਈਮ ਸਾਨੂੰ ਹੋਣਾ ਪੈਂਦਾ ਹਾਲਾਤਾਂ ਦੇ ਨਾਲ ਦੇਖਦੇ ਹੋਏ। ਔਰ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਵਾਹਿਗੁਰੂ ਨੇ ਉੱਥੇ ਉਹ ਮੁਕਾਮ ਦਿੱਤਾ ਹੋਵੇ ਤਾਂ ਸ਼ੁਕਰਾਨਾ ਵੀ ਬਣਦਾ। ਮੈਂ ਸ਼ੁਕਰਗੁਜ਼ਾਰ ਹਾਂ ਸਭ ਤੋਂ ਪਹਿਲਾਂ ਤਾਂ ਉਸ ਮਾਲਕ ਦਾ। ਔਰ ਸੈਕਿੰਡ ਮੇਰੀ ਸਭ ਤੋਂ ਵੱਡੀ ਉਪਲਬਧੀ ਰਹੀ 2017 ਦੇ ਵਿੱਚ ਵਰਲਡ ਚੈਂਪੀਅਨਸ਼ਿਪ ਦੇ ਵਿੱਚ। ਉਹ ਮਹਾਰਾਜ ਨੇ ਬਹੁਤ ਇੱਜ਼ਤ ਪੱਤ ਰੱਖੀ ਉੱਥੇ ਹਿਸਟਰੀ ਬਣਾਈ। ਪਹਿਲਾ ਸਿੱਖ ਇੰਡੀਅਨ ਸੀਗਾ ਜੋ ਫਾਈਨਲ ਲਈ ਕੁਆਲੀਫਾਈ ਕੀਤਾ ਔਰ ਖੇਡਿਆ, ਔਰ ਬਹੁਤ ਵਧੀਆ ਵੀ ਖੇਡਿਆ, ਮਾੜਾ ਨਹੀਂ ਸੀ। ਮੈਂ ਆਪਣੀ ਪਰਸਨਲ ਬੈਸਟ ਦੇ ਅਕੋਰਡਿੰਗ ਹੀ ਥਰੋ ਕੀਤੀ ਉੱਥੇ। ਹੁਣ ਪਹਿਲਾਂ ਤੁਸੀਂ ਇਸ ਤੋਂ ਪਹਿਲਾਂ ਇੱਕ ਮੈਂ ਥੋੜਾ ਵਿਸਰ ਗਿਆ ਸੀ, ਤੁਸੀਂ ਕਿਹਾ ਸੀਗਾ ਕਿ ਕੋਚਸ ਦੇ ਅਕੋਰਡਿੰਗ ਮੈਂ ਗੁਰੂ ਵਾਲੀ ਗੱਲ ਕੀਤੀ ਸੀ ਕਿ ਗੁਰੂ ਦੀ ਮਹੱਤਤਾ ਕੋਚਾਂ ਨੂੰ। ਕੋਚਸ ਦੀ ਹੁਣ ਆਪਾਂ ਸੈਲਰੀ ਤੇ ਆ ਜਾਈਏ। ਆਈਡਲ ਨੇ ਨਾ ਮੇਰੇ ਕੋਚ, ਮੇਰਾ ਕੋਚ ਮੇਰਾ ਆਈਡਲ। ਪਹਿਲਾਂ ਦੱਸ ਦਿਓ, ਇੰਨੇ ਮੈਡਲ ਲਏ ਆ ਤੁਸੀਂ, ਕਰੋੜਪਤੀ ਤਾਂ ਹੋਵੋਗੇ ਫਿਰ। ਹਾਂ, ਅਕੋਰਡਿੰਗ ਟੂ ਅਦਰ ਸਟੇਟ ਪੁੱਛ ਰਹੇ ਹੋ ਕਿ ਅਕੋਰਡਿੰਗ ਟੂ ਪੰਜਾਬ ਪੁੱਛ ਰਹੇ ਹੋ? ਮੈਂ ਪੰਜਾਬ ਦੇ ਹਿਸਾਬ ਨਾਲ ਫਰਕ ਦੇਖਣਾ ਚਾਹੁੰਦਾ। ਨਹੀਂ, ਪੰਜਾਬ ਦੇ ਹਿਸਾਬ ਨਾਲ ਬਹੁਤ ਵਿਰਲਾ ਹੀ ਹੁੰਦਾ ਜੀ ਜੋ ਕਰੋੜਪਤੀ ਬਣਦਾ, ਕਿਉਂਕਿ ਪਾਲਿਸੀਜ਼ ਕੁਝ ਹੋਰ ਕਹਿੰਦੀਆਂ ਨੇ ਸਾਡੀਆਂ। ਪਾਲਿਸੀਜ਼ ਦੇ ਵਿੱਚ ਜਦੋਂ ਉਹ ਚੀਜ਼ ਨਾਮ ਦਰਜ ਨਹੀਂ ਆ ਤਾਂ ਏਸ਼ੀਆ ਦੇ ਕੁਝ ਕੰਪੀਟੀਸ਼ਨ ਤਾਂ ਕੱਟ ਹੋ ਗਏ ਸਾਡੇ। ਜਿੱਦਾਂ ਕੋਈ ਵੀ ਮੈਂ ਗੇਮ ਵਾਲਿਆਂ ਨੂੰ ਇੱਕ ਮੈਸੇਜ ਸੁਣਾ ਦਿੰਦਾ ਕਿ ਜਦੋਂ ਹੁਣ ਤੁਸੀਂ ਕਿਸੇ ਵੀ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ, ਹਰੇਕ ਗੇਮ ਦੀ ਏਸ਼ੀਅਨ ਚੈਂਪੀਅਨਸ਼ਿਪ ਹੁੰਦੀ ਹੈ, ਜਿਵੇਂ ਲਾਈਕ ਰੈਸਲਿੰਗ, ਬਾਕਸਿੰਗ, ਐਥਲੈਟਿਕਸ, ਜੂਡੋ, ਕਰਾਟੇ ਜਾਂ ਕਿਸੇ ਦੀ ਵੀ, ਉਹ ਹੁਣ ਏਸ਼ੀਅਨ ਚੈਂਪੀਅਨਸ਼ਿਪ ਦੇ ਪੈਸੇ ਕੈਂਸਲ ਹੋ ਚੁੱਕੇ ਆ। ਇਹ ਮੀਟ ਦੇ ਸਾਨੂੰ ਪੈਸੇ ਨਹੀਂ ਮਿਲਣੇ, ਜਦ ਕਿ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਵੀ ਉਹੀ ਪਲੇਅਰ ਆਉਂਦੇ ਨੇ, ਏਸ਼ੀਅਨ ਗੇਮਸ ਦੇ ਵਿੱਚ ਵੀ ਉਹੀ ਪਲੇਅਰ ਆਉਂਦੇ ਨੇ। ਦੋਨਾਂ 'ਚ ਡਿਫਰੈਂਸ ਕੋਈ ਨਹੀਂ। ਡਿਫਰੈਂਸ ਇੱਕ ਹੈ, ਉਹ 4 ਸਾਲ ਬਾਅਦ 'ਚ ਆਉਂਦੀ ਹੈ, ਉਹ 2 ਸਾਲ ਬਾਅਦ 'ਚ ਆਉਂਦੀ ਹੈ। ਜੇ ਉਹਦਾ ਪ੍ਰਾਈਜ਼ 1 ਕਰੋੜ ਹੈ ਏਸ਼ੀਅਨ ਗੇਮਸ ਦਾ, ਤਾਂ ਫਿਰ ਏਸ਼ੀਅਨ ਚੈਂਪੀਅਨਸ਼ਿਪ ਦਾ 5 ਲੱਖ ਸਾਡਾ 골ਡ ਦਾ, ਤੇ ਹਰਿਆਣੇ ਦੇ ਵਿੱਚ ਉਹ ਕਿਤੇ ਨਾ ਕਿਤੇ ਸਰ ਨੀਅਰ ਅਬਾਊਟ 50 ਲੱਖ ਜਾਂ 30 ਲੱਖ ਹੈਗਾ। ਇਹਨਾਂ ਨੂੰ ਵੱਡਾ ਫਰਕ ਹੈ। ਤੇ ਪੰਜਾਬ ਦੇ ਵਿੱਚ ਆਪਾਂ ਤੁਹਾਡੇ ਵੀ ਪਿਛਲੇ ਦਿਨੀ ਤਸਵੀਰਾਂ ਦੇਖੀਆਂ, ਤੁਸੀਂ ਖੇਤਾਂ ਦੇ ਵਿੱਚ 올림픽ਸ ਦੀ ਪ੍ਰੈਕਟਿਸ ਕਰਦੇ ਸੀਗੇ। ਕੀ ਕਾਰਨ ਸੀਗਾ? ਇੱਥੇ ਗਰਾਊਂਡਾਂ ਨਹੀਂ ਤੁਹਾਨੂੰ ਦਿੱਤੀਆਂ ਜਾਂ ਸਹੂਲਤਾਂ ਨਹੀਂ ਦਿੰਦੀ ਪੰਜਾਬ ਸਰਕਾਰ? ਸਰ ਉਸ ਟਾਈਮ ਸੀਗਾ, ਕੋਵਿਡ ਦਾ ਟਾਈਮ ਸੀਗਾ, ਹਰ ਬੰਦੇ ਨੂੰ ਵੈਕਸੀਨੇਸ਼ਨ ਮਿਲਦੀ ਸੀ। ਅਦਰ ਸਟੇਟ ਦੇ ਵਿੱਚ ਸਪੋਰਟਸਮੈਨ ਲਈ ਇੱਕ ਸਪੈਸ਼ਲ ਗਾਈਡਲਾਈਨਸ ਜਾਰੀ ਹੋਈਆਂ ਕਿ ਜੇ ਬੰਦਾ ਨੈਸ਼ਨਲ ਲੈਵਲ ਦਾ ਐਥਲੀਟ ਹੈ ਤਾਂ ਉਹ ਵੈਕਸੀਨੇਸ਼ਨ ਕਰਵਾ ਕੇ ਪ੍ਰੋਪਰ ਉਹਨੂੰ ਸਪੈਸ਼ਲ ਪਰਮਿਸ਼ਨ ਸੀਗੀ, ਉਹ ਟ੍ਰੇਨਿੰਗ ਕਰ ਸਕਦਾ। ਪੰਜਾਬ ਦੇ ਵਿੱਚ ਇੰਟਰਨੈਸ਼ਨਲ ਮੈਡਲਿਸਟ ਬਹੁਤ ਜ਼ਿਆਦਾ ਤਾਂ ਨਹੀਂ, ਪਰ ਹਰੇਕ ਗੇਮ ਦੇ ਵਿੱਚ ਮੈਂ ਕੁੱਲ ਮਿਲਾ ਕੇ ਦੱਸਾਂ ਤਾਂ 30 ਕੁ ਬਣਦੇ ਨੇ। ਉਹ 30 ਨੂੰ ਸਪੈਸ਼ਲ ਪਰਮਿਸ਼ਨ ਮਿਲ ਸਕਦੀ ਸੀ। ਉਹ 30 ਦੇ 30 ਜੇ ਖੇਡਦੇ, ਸਾਡੇ ਕੋਲ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਸਿਸਟਮ ਨਹੀਂ ਸੀਗਾ ਕਿ ਸਪੈਸ਼ਲ ਪਰਮਿਸ਼ਨ ਨਾਂ ਦੀ ਕੋਈ ਚੀਜ਼ ਨਹੀਂ। ਸਾਡੀ ਸਮੇਂ-ਸਮੇਂ ਤੇ ਜਾਂਚ ਹੁੰਦੀ, ਜਿਵੇਂ ਕਿ ਅਦਰ ਸਟੇਟਸ ਦੇ ਵਿੱਚ ਹੋ ਰਹੀ ਹੈ। ਸਾਨੂੰ ਸਮੇਂ ਤੇ ਗਰਾਊਂਡ ਓਪਨ ਮਿਲਦੇ। ਮੈਂ 30 ਐਥਲੀਟ ਦੀ ਗੱਲ ਕੀਤੀ ਹੈ, ਗਰਾਊਂਡ ਦੇ ਵਿੱਚ ਤਾਂ 500-500 ਖਿਡਾਰੀ ਹੁੰਦਾ। 30 ਨੂੰ ਡਿਸਟੈਂਸ ਵੀ ਮੇਰਾ ਖਿਆਲ ਮੇਨਟੇਨ ਕਰ ਲੈਂਦਾ। 30 ਪ੍ਰੋਪਰ ਸਾਡੇ ਸਮੇਂ-ਸਮੇਂ ਤੇ ਜਾਂਚ ਹੋਵੇ, ਸਮੇਂ-ਸਮੇਂ ਤੇ ਸਾਡਾ ਚੈਕਿੰਗ ਕਰਨ ਕਿ ਇਹ ਬੰਦੇ ਕੋਈ ਇਹਨਾਂ ਦੇ ਗੰਦਗੀ ਤਾਂ ਨਹੀਂ, ਇਹ ਆਪਸ ਵਿੱਚ ਜ਼ਿਆਦਾ ਕੰਟੈਕਟ ਦੇ ਵਿੱਚ ਤਾਂ ਨਹੀਂ ਆਉਂਦੀ। ਪ੍ਰੀਕਾਸ਼ਨ ਯੂਜ਼ ਕਰੋ, ਜੋ ਮਾਸਕ ਵਗੈਰਾ ਕਰਦੇ ਆ ਆਪਾਂ, ਹੱਥ ਵਾਸ਼ ਕਰਦੇ ਆ ਆਪਣੇ, ਉਹ ਚੀਜ਼ਾਂ ਚੈੱਕ ਹੋਣ, ਤਾਂ ਅਸੀਂ ਉਹ ਚੀਜ਼ ਖੇਤਾਂ ਦੇ ਵਿੱਚ ਕਦੀ ਵੀ ਨਾ ਕਰਦੇ। ਉਹ ਮਜਬੂਰੀ ਸੀਗੀ ਇੱਕ, ਕਿਉਂਕਿ ਗਾਈਡਲਾਈਨ ਨਹੀਂ ਸੀ ਖਿਡਾਰੀਆਂ ਦੇ ਪ੍ਰਤੀ। ਸੋ ਉਹ ਹੁਣ ਜਿਵੇਂ ਉਹ ਮੇਰੀ ਇੰਟਰਵਿਊ ਤੁਸੀਂ ਦੇਖੀ, ਉਸ ਤੋਂ ਬਾਅਦ 'ਚ ਮੇਰਾ ਖਿਆਲ ਤੀਸਰੇ ਕੁ ਦਿਨ ਗਰਾਊਂਡਸ ਪੰਜਾਬ ਦੀਆਂ ਸਾਰੀਆਂ ਗਰਾਊਂਡਾਂ ਖੁੱਲ੍ਹ ਗਈਆਂ ਸੀ। ਔਰ ਰਾਣਾ ਸੋਢੀ ਸਰ ਦਾ ਬਿਆਨ ਸੀਗਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਤੁਸੀਂ ਸਾਨੂੰ ਜੋ ਰਾਹਤ ਦਿੱਤੀ ਸੀ ਉਹ ਦੂਸਰੀਆਂ ਸਟੇਟ ਦਾ ਫਰਜ਼ ਸਮਝ ਕੇ ਉਹਨਾਂ ਨੇ ਉਹ ਕੀਤਾ ਸੀ। ਅੱਗੇ ਆ ਜਾਂਦੇ ਸਰ, ਸਾਡੀਆਂ ਗਰਾਊਂਡਸ ਦੀ ਹਾਲਾਤ, ਸਾਡੇ ਗਰਾਊਂਡਸ ਦੀ ਹੱਬ ਜਿਹਨੂੰ ਬੋਲਿਆ ਜਾਂਦਾ, ਪੰਜਾਬ ਦੀ ਸਪੋਰਟਸ ਹੱਬ ਜੇ ਕਦੀ ਗੱਲ ਕਰੋ ਨਾ ਤੁਸੀਂ, ਤਾਂ ਜਲੰਧਰ ਨੂੰ ਬੋਲਿਆ ਜਾਵੇਗਾ, ਕਿਉਂਕਿ ਜਲੰਧਰ ਦੇ ਵਿੱਚ ਹੀ ਤੁਹਾਨੂੰ ਬਹੁਤ ਸਪੋਰਟਸ ਦੀ ਵੱਡੀ ਮਾਰਕੀਟ ਹੈ ਇੱਥੇ। ਔਰ ਇਸ ਤੋਂ ਇਲਾਵਾ ਸਪੋਰਟਸ ਕਾਲਜ ਹੈ, ਇੰਡੀਆ ਦੇ ਵਿੱਚ 2-3 ਹੀ ਹੁੰਦੇ ਸੀ ਜਦੋਂ ਦੇ ਇਹ ਸਪੋਰਟਸ ਕਾਲਜ ਬਣਿਆ। ਇਹਦੀ ਅੱਜ ਜਾ ਕੇ ਤੁਸੀਂ ਟਰੈਕ ਦੀ ਹਾਲਤ ਚੈੱਕ ਕਰੋ, ਇਹ 1995 ਦੇ ਵਿੱਚ ਬਣਿਆ ਸੀ। ਇਹਦੀ ਬੁਨਿਆਦ ਸਿਰਫ ਔਰ ਸਿਰਫ 12 ਤੋਂ 15 ਕੁ ਸਾਲ ਹੁੰਦੀ ਹੈ ਲਾਸਟ, ਉਹ ਵੀ ਮੈਂ ਜ਼ਿਆਦਾ ਦੱਸ ਰਿਹਾ ਤੁਹਾਨੂੰ, ਬਟ ਇਹਨੂੰ 26 ਸਾਲ ਹੋ ਚੁੱਕੇ ਨੇ। ਇੱਕ ਪ੍ਰੋਪਰਲੀ ਫਟ ਚੁੱਕਾ,
ਇਹ ਬਹੁਤ 5 ਸਾਲ ਤੋਂ ਚੱਲ ਰਿਹਾ ਸਿਸਟਮ ਕਿ ਬਣ ਤੇ ਰਿਹਾ। ਟਰੈਕਾਂ ਦੇ ਉੱਤੇ ਪ੍ਰੈਕਟਿਸ ਕਰਕੇ ਫਿਰ ਮੈਡਲ ਕਿੱਥੋਂ ਆਉਣਗੇ? ਨਹੀਂ ਸਰ, ਮੈਡਲ ਤਾਂ ਫਿਰ ਵੀ ਦੂਰ ਦੀ ਗੱਲ ਹੈ, ਬਸ ਐਂ ਕਹਿ ਲਓ ਕਿ ਪਾਰਟਿਸਿਪੇਟ ਹੀ ਅਸੀਂ ਕਿਸੇ ਚੀਜ਼ਾਂ ਨੂੰ ਕਰਾਂਗੇ, ਇਹ ਚੀਜ਼ਾਂ ਹੁੰਦੀਆਂ ਨੇ। ਔਰ ਫਿਰ ਮੈਡਲ ਉਦੋਂ ਆਉਂਦੇ ਨੇ ਜਦੋਂ ਸਾਡੇ ਕੈਸ਼ ਅਵਾਰਡ ਸਾਨੂੰ ਪ੍ਰੋਪਰ ਮਿਲਣ। ਗਰਾਊਂਡਾਂ ਦੀ ਹਾਲਤ ਖਸਤਾ ਹੈ, ਕੋਚਾਂ ਦੀ ਤਨਖਾਹ ਸਾਡੀ 9800 ਤੋਂ ਲੈ ਕੇ ਕੱਚਿਆਂ ਦੀ, ਆਈਡਲਾਂ ਦੀ ਸਾਡਿਆਂ ਦੀ ਉਹ 18000 ਤੱਕ ਮਿਨੀਮਮ ਹੈ, ਜਦ ਕਿ ਆਪਾਂ ਇੱਕ ਬਿਹਾਰੀ ਰੱਖਦੇ ਆ ਤਾਂ ਮੇਰਾ ਖਿਆਲ ਉਹ 12000 ਅੱਜ ਕੱਲ ਸਟਾਰਟਿੰਗ ਹੈ ਉਹਦੀ। ਪੰਜਾਬ ਸਰਕਾਰ ਕਹਿੰਦੀ ਖੇਡਾਂ ਵਾਲੇ ਪਾਸੇ ਆ ਜਾਓ, ਨਸ਼ੇ ਛੱਡ ਦਿਓ। ਫਿਰ ਲੱਗਦਾ ਵੀ ਇਹ ਵੀ ਵੱਡਾ ਕਾਰਨ ਹੈ, ਨੀਤੀਆਂ ਨਹੀਂ ਸਹੀ ਹੈਗੀਆਂ ਜਾਂ ਪੰਜਾਬ ਸਰਕਾਰ ਦੇ ਵੱਲੋਂ ਯੂਥ ਸਾਂਭਿਆ ਨਹੀਂ ਜਾ ਰਿਹਾ, ਖੇਡਾਂ ਦੇ ਵਿੱਚ ਸਮਾਨ ਤੱਕ ਨਹੀਂ ਪਲੇਅਰਾਂ ਨੂੰ ਦਿੱਤਾ ਜਾ ਰਿਹਾ, ਤਾਂ ਹੀ ਫਿਰ ਨੌਜਵਾਨ ਨਸ਼ੇ ਵੱਲ ਜਾਂਦੇ ਨੇ, ਗੈਂਗਸਟਰ ਬਣਦੇ ਨੇ। ਸਰ ਸਮਾਨ ਦੀ ਗੱਲ ਵੀ ਤੁਸੀਂ ਕੀਤੀ, ਸਮਾਨ ਸਾਡੇ ਕੋਲ ਪ੍ਰੋਪਰਲੀ ਗਰਾਊਂਡ ਦੇ ਵਿੱਚ ਜਾਇਓ, ਬਹੁਤ ਸਮਾਨ ਹੁੰਦਾ ਹੈ ਇੱਕ ਐਥਲੀਟ ਕੋਲ ਨਾ। ਜਿੱਦਾਂ ਇੱਕ ਪਾਰਕ ਦੇ ਵਿੱਚ ਬਹੁਤ ਛੋਟੇ ਛੋਟੇ ਤਰ੍ਹਾਂ ਦੇ ਫੁੱਲ ਫਲ ਹੁੰਦੇ ਨੇ, ਇੱਥੇ ਗਰਾਊਂਡ ਦੇ ਵਿੱਚ ਨਾ ਬਹੁਤ ਤਰ੍ਹਾਂ ਦਾ ਸਮਾਨ ਹੁੰਦਾ ਹੈ। ਜਾਂ ਪੋਲ ਵਾਲਟ ਦੇ ਗੱਦੇ ਹੁੰਦੇ, ਸਾਡੇ ਕੋਲ ਜੈਵਲਿਨਸ ਹੁੰਦੀਆਂ, ਅਲਾਇਦਾ ਵੇਟ ਟ੍ਰੇਨਿੰਗਸ ਹੁੰਦੀਆਂ ਨੇ, ਸਭ ਕੁਝ ਇਹ ਚੀਜ਼ਾਂ ਹੁੰਦੀਆਂ। ਬਟ ਇਹ ਹੈ ਨਹੀਂ, ਇਹ ਨਾ ਹੋਣ ਕਰਕੇ ਸਾਡੇ ਕੋਚ ਵਿਚਾਰੇ ਪੁਰਾਣੇ ਸਮਾਨ ਨੂੰ ਹੀ ਮੇਨਟੇਨ ਕਰੀ ਜਾਂਦੇ ਜੋ ਐਕਸਪਾਇਰ ਹੋ ਚੁੱਕਾ ਹੈ, ਥੌੜੀਆਂ ਥਾੜੀਆਂ ਨਾਲ, ਪਲਾਸਾਂ ਨਾਲ ਕੱਸ-ਕੁਸ ਕੇ। ਉਹਨਾਂ ਨੇ ਕੁਝ ਕਰਨਾ ਸਾਡੇ ਲਈ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਬਹੁਤ ਵੱਡੀ ਦੇਣ। ਮੇਰੇ ਸਰ ਦੇ ਕੋਲ ਨਾ ਬੰਦੇ ਆਏ, ਮੇਰੇ ਕੋਚ ਚੂਜ਼ ਕਰਕੇ ਲੈ ਕੇ ਆਉਂਦੇ। ਪਿੰਡਾਂ 'ਚ ਯੂਥ ਹੈ, ਸ਼ਹਿਰਾਂ ਦੇ ਵਿੱਚ ਤਾਂ ਮੇਰਾ ਖਿਆਲ ਪਬਜੀ ਆ ਅੱਜ ਕੱਲ, ਤਾਂ ਪਿੰਡਾਂ ਦੇ ਵਿੱਚ ਵੀ ਹੋ ਗਈ। ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਚੀਜ਼ ਛੱਡੋ, ਸਾਡੇ ਮਹਾਨ ਯੋਧਿਆਂ ਨੇ, ਬਾਬਿਆਂ ਨੇ ਬਹੁਤ ਵੱਡੇ ਕਮਾਲ ਕੀਤੇ ਆ, ਅਸੀਂ ਵੀ ਉਹਨਾਂ ਵਾਂਗ ਕੁਝ ਕਰਨਾ। ਕੋਈ ਗੱਲ ਨਹੀਂ, ਸਮੇਂ ਦੇ ਨਾਲ ਅਸੀਂ ਸਾਰਿਆਂ ਨੂੰ ਮੇਰਾ ਖਿਆਲ ਇਕਜੁੱਟਤਾ, ਮੈਂ ਕਹਿੰਦਾ ਫਿਰ ਮੈਸੇਜ ਦਿੰਦਾ, ਇਕਜੁੱਟਤਾ ਸਾਨੂੰ ਸਾਰੇ ਐਥਲੀਟਸ ਕੋਚਸ ਨੂੰ ਇੱਕ ਵਾਰੀ ਇਕਜੁੱਟਤਾ ਕਰਕੇ ਇਹ ਚੀਜ਼ ਦਾ ਥੋੜਾ ਜਿਹਾ ਵਿਰੋਧ ਕਰਨਾ ਪਊਗਾ, ਸ਼ਾਇਦ ਸਾਡੀਆਂ ਪਾਲਿਸੀ ਚੇਂਜ ਹੋਣ। ਪਰ ਵਿਰੋਧ ਤਾਂ ਮੈਨੂੰ ਲੱਗਦਾ ਖਿਡਾਰੀਆਂ ਨਾਲ ਜਿਹੜੀ ਚੰਡੀਗੜ੍ਹ ਹੋਈ ਹੈ, ਵਿਰੋਧ ਤਾਂ ਕਰਨ ਲੱਗੇ ਵੀ ਸੋਚਣਗੇ ਖਿਡਾਰੀ, ਜਿਹੜੇ ਪਹਿਲਾਂ ਖੂਨ ਪਸੀਨਾ ਬਹਾਉਂਦੇ ਰਹੇ ਗਰਾਊਂਡਾਂ ਦੇ ਵਿੱਚ, ਤੇ ਹੁਣ ਜਦੋਂ ਉੱਥੇ ਮੈਡਲ ਲੈ ਕੇ 100 ਮੈਡਲ ਲੈ ਕੇ ਚੰਡੀਗੜ੍ਹ ਹੱਕ ਲੈਣ ਦੇ ਲਈ ਗਈ ਤਾਂ ਡੰਡੇ ਪਏ ਉਹਨਾਂ ਨੂੰ। ਸਰ ਹਾਂ, ਉਹ ਪੈਰਾ ਐਥਲੀਟਸ ਦੇ ਨਾਲ ਇਦਾਂ ਦਾ ਹੋਇਆ। ਇੱਕ ਵਿਧਾਇਕ ਵੀ ਸੀਗੇ, ਮੈਂ ਇੰਸਟਾਗ੍ਰਾਮ ਦੇ ਉੱਪਰ ਫੋਟੋਜ਼ ਦੇਖੀ ਸੀਗੀ, ਪੁਲਿਸ ਵਾਲਿਆਂ ਦੇ ਨਾਲ ਕਾਫੀ ਝੜਪ ਹੋ ਰਹੀ ਸੀਗੀ ਉਹਨਾਂ ਦੀ। ਇਹ ਬਹੁਤ, ਮੈਂ ਨਿਖੇਧੀ ਕਰਦਾ, ਬਹੁਤ ਘਟੀਆ ਜੀ ਗੱਲ ਹੈ, ਕਿਉਂਕਿ ਅਸੀਂ ਦੇਸ਼ ਨੂੰ ਰਿਪਰੈਜ਼ੈਂਟ ਕਰਦੇ ਹਾਂ। ਅਸੀਂ ਇੱਥੇ ਇੰਡੀਆ ਲਿਖਾਉਂਦੇ ਹਾਂ ਔਰ ਇੰਡੀਆ ਲਈ ਜੀ ਜਾਨ ਵੀ ਲਾ ਦਿੰਦੇ ਹਾਂ। ਪਹਿਲਾਂ ਸਟੇਟ ਲਈ ਲਾਉਂਦੇ, ਫਿਰ ਇੰਡੀਆ ਲਈ ਲਾਉਂਦੇ। ਜਦੋਂ ਆਪਣੇ ਹੱਕ ਲੈਣ ਲਈ ਜਾਂਦੇ ਫਿਰ ਲਾਠੀ ਚਾਰਜ ਹੋ ਜੇ। ਇਹ ਚੀਜ਼ ਮਾੜੀ ਹੈ, ਬਹੁਤ ਗਲਤ ਗੱਲ ਹੈ, ਕਿਉਂਕਿ ਪ੍ਰੋਪਰ ਕੈਸ਼ ਅਵਾਰਡ ਦਿਓ ਨਾ, ਸਾਡਾ ਫਰਜ਼ ਤਾਂ ਉਹ ਆ। ਜਦੋਂ ਸਾਨੂੰ ਉਹ ਨਹੀਂ ਮਿਲ ਰਹੇ ਫਿਰ ਸਾਡੇ ਤੇ ਐਟਲੀਸਟ ਲਾਠੀ ਚਾਰਜ ਨਾ ਕਰੋ, ਕਿਉਂਕਿ ਅਸੀਂ ਇਸ ਚੀਜ਼ ਦੇ ਤਾਂ ਹੱਕਦਾਰ ਨਹੀਂ ਹੈਗੇ। ਔਰ ਡਿਫਰੈਂਸ ਤੁਹਾਨੂੰ ਦੱਸ ਦਿੱਤਾ ਹੈ ਕਿ ਕਿੰਨਾ ਕੁ ਡਿਫਰੈਂਸ ਆ, ਕਿੱਥੇ ਸਰਕਾਰ ਨੂੰ ਹੁਣ ਕੀ ਕਰਨਾ ਚਾਹੀਦਾ ਹੈ, ਕਿਉਂਕਿ ਹੁਣ ਵੀ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੈ। ਜੇ ਅੱਜ ਜੈਪਾਲ ਭੁੱਲਰ ਦਾ ਇਨਕਾਊਂਟਰ ਹੋਇਆ, ਵਿੱਕੀ ਗਾਉਂਡਰ ਦਾ ਇਨਕਾਊਂਟਰ ਹੋਇਆ, ਜਾਂ ਜਿੰਨੇ ਵੀ ਨੇ ਉਹ ਯੂਥ, ਇੱਕ ਸਮੇਂ ਤਾਂ ਉਹ ਹੀਰੇ ਸੀਗੇ ਜਦੋਂ ਗਰਾਊਂਡਾਂ ਦੇ ਵਿੱਚ ਮੱਲਾਂ ਮਾਰਦੇ ਸੀਗੇ, ਪਰ ਅੱਗੇ ਜਿਹੜਾ ਪ੍ਰੋਪਰ ਉਹਨਾਂ ਨੂੰ ਗਾਈਡੈਂਸ ਨਹੀਂ ਮਿਲੀ ਜਾਂ ਉਹ ਰਾਹ ਭਟਕ ਗਏ। ਹਾਲਾਂਕਿ ਇਹ ਸਾਡਾ ਵਿਸ਼ਾ ਨਹੀਂ ਹੈ, ਪਰ ਵਿਸ਼ਾ ਇਹਦੇ ਨਾਲ ਹੀ ਜੁੜਿਆ ਵੀ ਇੱਕ ਨੈਸ਼ਨਲ ਲੈਵਲ ਦੇ ਪਲੇਅਰ ਜਿਨ੍ਹਾਂ ਨੇ ਦੇਸ਼ ਦੇ ਲਈ ਮੈਡਲ ਲੈ ਕੇ ਆਉਣੇ ਸੀਗੇ, ਉਹਨਾਂ ਦੇ ਹੱਥਾਂ 'ਚ ਹਥਿਆਰ ਕਿਵੇਂ ਆ ਗਏ। ਤਾਂ ਲੱਗਦਾ ਵੀ ਪੰਜਾਬ ਸਰਕਾਰ ਦੀ ਪੂਰੀ ਇੱਥੇ ਫੇਲੀਅਰ ਹੁੰਦਾ ਹੈ, ਖੇਡ ਵਿਭਾਗ ਦਾ ਫੇਲੀਅਰ ਹੁੰਦਾ ਸਾਰਾ, ਇਸੇ ਕਰਕੇ ਨੌਜਵਾਨ ਭਟਕਦੇ ਨੇ ਜੀ। ਕਿਤੇ ਨਾ ਕਿਤੇ ਫੇਲੀਅਰ ਹੈਗਾ, ਤਾਂ ਹੀ ਤਾਂ ਇਹ ਚੀਜ਼ ਹੋਏ। ਔਰ ਤੁਹਾਡਾ ਕੁਐਸਚਨ ਸੀਗਾ ਕਿ ਕੀ ਕੀਤਾ ਜਾਵੇ, ਸਰਕਾਰ ਕੀ ਕਰਨ। ਦੇਖੋ, ਜਦੋਂ ਤੁਸੀਂ ਯੂਥ ਨੂੰ ਇਸ ਸਾਈਡ ਤੇ ਲਾਓਗੇ ਨਾ, ਸਭ ਤੋਂ ਪਹਿਲਾਂ ਮੇਰਾ ਖਿਆਲ ਉਹ ਬਿਮਾਰੀ ਤੋਂ ਰਹਿਤ ਹੋ ਜਾਣਗੇ, ਨਸ਼ੇ ਤੋਂ ਰਹਿਤ ਹੋ ਜਾਣਗੇ, ਗੁੰਡਾਗਰਦੀ ਤੋਂ ਰਹਿਤ ਹੋ ਜਾਣਗੇ, ਆ ਘਟੀਆ ਕੰਮ ਨੇ ਜਿਹੜੇ, ਇਹ ਚੀਜ਼ਾਂ ਤੋਂ ਰਹਿਤ ਹੋ ਜਾਣਗੇ। ਸਪੋਰਟਸ ਦੇ ਵਿੱਚ ਜੋੜੋਗੇ ਤਾਂ ਮੇਰਾ ਖਿਆਲ ਉਹ ਬੰਦਾ ਕਿਤੇ ਨਾ ਕਿਤੇ, ਜੇ ਤੁਸੀਂ ਨਾਰਮਲ ਫੋਰਸ ਦੇ ਵਿੱਚ ਵੀ ਵੇਖੋਗੇ ਨਾ, ਸਪੋਰਟਸਮੈਨ ਕਦੇ ਵੀ ਮਾਰ ਨਹੀਂ ਖਾਂਦੇ, ਉਹ ਚਾਹੇ ਪੰਜਾਬ ਪੁਲਿਸ ਹੈ ਚਾਹੇ ਕਿਤੇ ਵੀ ਨੇ। ਸਭ ਤੋਂ ਵੱਡੀ ਇਹੀ ਦੇਣ ਹੋਊਗੀ ਕਿ ਯੂਥ ਨੂੰ ਸਪੋਰਟਸ ਵੱਲ ਜੋੜਿਆ ਜਾਵੇ। ਸਾਡੇ ਗੁਰੂ ਸਾਹਿਬ ਵੀ ਕੁਸ਼ਤੀਆਂ ਕਰਵਾਉਂਦੇ ਹੁੰਦੇ ਸੀ, ਉਹ ਸਪੋਰਟਸ ਦੇ ਨਾਲ ਹੀ ਜੋੜ ਰਹੇ ਸੀ ਨਾ। ਫਿਜ਼ੀਕਲੀ ਸਾਡੀ ਐਕਟੀਵਿਟੀ ਵਧੂਗੀ। ਕੋਵਿਡ ਦੇ ਵਿੱਚ ਫਿਜ਼ੀਕਲੀ ਐਕਟੀਵਿਟੀ, ਆਕਸੀਜਨ ਦਾ ਲੈਵਲ ਸਟੇ ਡਾਊਨ ਹੋ ਗਈ। ਕੁਛ ਅਸੀਂ ਗ੍ਰੀਨਰੀ ਆਪ ਹੀ ਮਾਰ ਲਈ, ਘਾਣ ਕੀਤਾ, ਬਿਲਡਿੰਗਾਂ ਬਣਾ ਲਈਆਂ ਬਹੁਤ, ਜਾਂ ਇਹ ਚੀਜ਼ਾਂ ਦਾ ਨੁਕਸਾਨ ਸਾਨੂੰ ਹੀ ਹੋਇਆ। ਕੁਦਰਤ ਸਾਡੇ ਤੇ ਹੀ ਹਾਵੀ ਹੋਈ ਹੈ। ਇਹ ਇੱਕ ਬਹੁਤ ਵੱਡੀ ਕੁਦਰਤ ਨੇ ਚੋਟ ਮਾਰੀ ਹੈ। ਜੇ ਯੂਥ ਨੂੰ ਤੁਸੀਂ ਇਸ ਪਾਸੇ ਲਾਓ, ਉਹਨਾਂ ਦੇ ਬਣਦੇ ਹੱਕ ਦੇਵੋ, ਜੋ ਅੱਜ ਵੀ ਪੰਜਾਬ ਦਾ ਯੂਥ ਸਰ ਘੱਟ ਨਹੀਂ ਹੈ। ਭਲਾ ਹੀ ਸਾਡੇ ਕੋਚਾਂ ਦੀਆਂ ਤਨਖਾਹਾਂ ਘੱਟ ਨੇ, ਭਲਾ ਹੀ ਸਾਡੀਆਂ ਪਾਲਿਸੀਜ਼ ਵੀਕ ਨੇ, ਪਰ ਉਹਨਾਂ ਦੇ ਪੇਰੈਂਟਸ ਨੂੰ ਮੈਂ ਦਿਲੋਂ ਸਲੂਟ ਕਰਦਾ ਕਿ ਜਿਨ੍ਹਾਂ ਦੇ ਅੱਜ ਵੀ ਬੱਚੇ ਗਰਾਊਂਡ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਪੇਰੈਂਟਸ ਲਾਸਟ ਸਟੇਜ ਤੱਕ ਉਹਨਾਂ ਦੇ ਨਾਲ ਖੜੇ ਹੋ ਜਾਂਦੇ ਨੇ। ਕਿਉਂਕਿ ਭਾਵੇਂ ਕੁਝ ਬਾਅਦ 'ਚ ਬਣਨਾ ਕਿ ਨਹੀਂ ਬਣਨਾ, ਮਿਲਣਾ ਕਿ ਨਹੀਂ ਮਿਲਣਾ, ਫਿਰ ਵੀ ਉਹ ਉਹਨਾਂ ਦੇ ਨਾਲ ਨੇ। ਔਰ ਸਾਨੂੰ ਇਹਦੇ ਵਿੱਚ ਆਉਣਾ ਚਾਹੀਦਾ ਕਿ ਹਾਂ, ਯੂਥ ਦੀ ਗੱਲ ਮੈਂ ਫਿਰ ਵਾਰ-ਵਾਰ ਕਰ ਰਿਹਾ ਕਿ ਯੂਥ ਹੀ ਦੇਣ ਹੈ, ਯੂਥ ਨੂੰ ਹੀ ਬਚਾਉਣਾ ਨਾ ਅਸੀਂ।
ਇੱਕ ਸਵਾਲ ਮੇਰੇ ਮਨ ਦੇ ਵਿੱਚ ਹੁਣ ਜਦੋਂ ਗੱਲ ਕੈਸ਼ ਪ੍ਰਾਈਜ਼ ਦੀ ਆਈ ਨੌਕਰੀਆਂ ਦੀ, ਤੇ ਹਾਲ ਹੀ ਦੇ ਵਿੱਚ ਇੱਕ ਕਰਾਟੇ ਦੀ ਪਲੇਅਰ ਸੀਗੀ ਸਾਡੀ ਪੰਜਾਬ ਦੀ ਧੀ, ਜਿਹਨੇ ਕਈ ਮੈਡਲ ਵੀ ਜਿੱਤੇ, ਔਰ ਉਹ ਪਨੀਰੀ ਜਿਹੜੀ ਝੋਨਾ ਬੀਜ ਰਹੀ ਸੀਗੀ, ਤਾਂ ਪੰਜਾਬ ਸਰਕਾਰ ਨੇ ਜਦੋਂ ਉਹਦੀਆਂ ਵੀਡੀਓਜ਼ ਵਾਇਰਲ ਹੋ ਗਈਆਂ ਤਾਂ ਉਸ ਤੋਂ ਬਾਅਦ ਉਹਨੂੰ ਨੌਕਰੀ ਦਿੱਤੀ ਹੈ। ਥੋੜਾ ਜਿਹਾ ਉਹਦੀ ਨੌਕਰੀ ਤੇ ਚਾਨਣਾ ਪਾ ਦਿਓ, ਕੀ ਉਹਨੂੰ ਕਰਾਟੇ ਕੋਚ ਜਿਹੜਾ ਲਗਾਇਆ ਗਿਆ ਉਹ ਸਰਕਾਰੀ ਹੈ, ਕਿੰਨੀ ਕੁ ਤਨਖਾਹ ਮਿਲੇਗੀ, ਕੀ ਪਾਲਿਸੀ ਦੇ ਅੰਡਰ ਉਹਨੂੰ ਨੌਕਰੀ ਮਿਲੀ ਆ ਉਹ? ਜਦੋਂ ਵੀਡੀਓ ਦੇਖੀ ਨਾ ਬਹੁਤ ਦੁਖੀ ਹੋਇਆ, ਕਿਉਂਕਿ ਇੱਕ ਐਥਲੀਟ ਦੀ ਭਾਵਨਾ ਮੈਂ ਸਮਝ ਰਿਹਾ। ਉਹ ਇੱਕ ਭੈਣ ਹੈ। ਪਹਿਲੀ ਗੱਲ ਤੇ ਸਾਡੇ ਇੱਥੇ ਹੋਸਟਲ ਹੀ ਨਹੀਂ ਹੈ ਸਰ। ਬਹੁਤ ਪਹਿਲਾਂ ਨਹਿਰੂ ਗਾਰਡਨ ਦੇ ਵਿੱਚ ਇੱਕ ਲੇਡੀ ਕੁੜੀਆਂ ਦਾ ਹੁੰਦਾ ਸੀ। ਕੁੜੀਆਂ ਸਾਡੀਆਂ ਵੈਸੇ ਦੇਸ਼ ਨੂੰ ਰਿਪਰੈਜ਼ੈਂਟ ਘੱਟ ਕਰ ਰਹੀਆਂ। ਜੇ ਤੁਸੀਂ 2016 ਵਾਲੀ 올림픽 ਚੈੱਕ ਕਰੋ ਨਾ, PV ਸਿੰਧੂ ਹੋ ਗਈ, ਸਾਇਨਾ ਨੇਹਵਾਲ ਹੋ ਗਈ, ਜਾਂ ਮੈਰੀ ਕਾਮ ਨੂੰ ਅਸੀਂ ਆਇਰਨ ਲੇਡੀ ਬੋਲ ਲੈਂਦੇ ਆ, ਜਾਂ ਉਹ ਸਾਕਸ਼ੀ ਮਲਿਕ ਹੀ ਹੋ ਗਈ। ਕੁੜੀਆਂ ਨੇ ਤਾਂ ਰਿਪਰੈਜ਼ੈਂਟ ਕੀਤਾ, ਕੁੜੀਆਂ ਨੇ ਇੱਜ਼ਤ ਪੱਤ ਰੱਖੀ ਉੱਥੇ। ਉਹ ਸਾਡੇ ਸਟੇਟ ਦੀਆਂ ਕੁੜੀਆਂ ਵੀ ਰੱਖ ਸਕਦੀਆਂ ਨੇ ਪ੍ਰੋਪਰ, ਜੇ ਉਹਨਾਂ ਨੂੰ ਇੱਕ ਸੁਵਿਧਾ ਉਸ ਲੈਵਲ ਦੀ ਮਿਲੇ। ਹੁਣ ਗੱਲ ਕਰਦੇ ਆ ਕਰਾਟੇ ਵਾਲੀ ਭੈਣ ਦੀ। ਉਹਨਾਂ ਨੂੰ ਪ੍ਰਾਈਵੇਟ ਸੋਰਸ ਦੇ ਉੱਪਰ ਕੋਚ ਲਾ ਦਿੱਤਾ ਗਿਆ, ਜੋ ਕਿ ਸਾਡੇ ਕੋਚ ਰੋ ਰਹੇ ਨੇ। ਉਹ ਲੱਗ ਕੇ ਬੋਲਦੇ ਨਹੀਂ, ਤਨਖਾਹ ਇੰਨੀ ਪੂਰੀ ਨਹੀਂ ਹੁੰਦੀ। ਤੁਸੀਂ ਇੰਟਰਵਿਊ ਦੇਖੀ ਹੋਏਗੀ ਉਹਨਾਂ ਦੀ। ਉਹ ਕਹਿੰਦੀ ਸਰ ਇਸ ਤੋਂ ਜ਼ਿਆਦਾ ਮੈਂ ਝੋਨਾ ਲਾ ਕੇ ਕਮਾ ਲੈਣੇ ਨੇ, ਕਿਉਂਕਿ ਉਹਨਾਂ ਦੀ ਤਨਖਾਹ ਸਟਾਰਟਿੰਗ ਹੈ ਨਾ 10,000 ਤੋਂ 11,000 ਮਿਲੂਗੀ ਮੈਕਸਿਮਮ। ਇਹ 18,000 ਤੱਕ ਜਾਣੀ ਹੈ। ਤੇ ਜਿਹੜੀ ਕੁੜੀ ਕਹਿੰਦੀ ਕਿ ਮੈਂ 20,000 ਰੁਪਈਆ ਝੋਨਾ ਲਾ ਕੇ ਹੀ ਲਾ ਲੈਣੀ ਹੈ, ਤਾਂ ਉਹ ਚੀਜ਼ ਤੁਸੀਂ ਆਪ ਸੋਚੋ ਕਿ ਕਿੰਨੀ ਕੁ ਨਾਕਾਮੀ ਹੋ ਗਈ ਹੈ। ਤੇ ਇਹ ਹੋਣਾ ਚਾਹੀਦਾ ਸੀਗਾ ਕਿ ਉਹਨੂੰ ਇੱਕ ਪ੍ਰੋਪਰਲੀ ਇੱਕ ਪੁਲਿਸ ਦੇ ਵਿੱਚ ਗਵਰਨਮੈਂਟ ਜੌਬ ਮਿਲਦੀ। ਕੋਈ ਵੱਡਾ ਇਸ਼ੂ ਨਹੀਂ ਹੈਗਾ, ਕਿਉਂਕਿ ਅੱਜ ਕੱਲ੍ਹ ਆਮ ਮਿਲ ਜਾਂਦੀ ਹੈ ਨਾ। ਸੋ ਮੈਂ ਤਾਂ ਕਰਕੇ ਹੀ ਬੋਲ ਰਿਹਾ। ਇੱਕ ਸਰ ਤੁਹਾਡੇ ਨਾਲ ਹੋਰ ਚੀਜ਼ ਸਾਂਝੀ ਕਰਨੀ ਸੀਗੀ ਮੈਂ, ਕਿ ਆਪਾਂ ਪੰਜਾਬ ਦੇ ਵਿੱਚ ਇੱਕ ਇੰਡੀਆ ਲੈਵਲ ਤੇ ਕਰਨਲ ਰਾਜਵਰਧਨ ਸਿੰਘ ਰਠੌਰ ਨੇ ਗੇਮਸ ਚਲਾਈਆਂ ਸੀਗੀਆਂ, ਖੇਲੋ ਇੰਡੀਆ। ਅਦਰ ਸਟੇਟਸ ਦੇ ਵਿੱਚ ਖੇਲੋ ਇੰਡੀਆ ਗੇਮਸ ਦੇ ਵਿਲੇਜ ਹੈਗੇ ਨੇ, ਪੰਜਾਬ ਦੇ ਵਿੱਚ ਇੱਕ ਵੀ ਸਪੋਰਟਸ ਵਿਲੇਜ ਨਹੀਂ ਹੈਗਾ। ਸਪੋਰਟਸ ਵਿਲੇਜ ਉਹ ਫੰਡਾਮੈਂਟਲ ਹੁੰਦਾ ਹੈ ਕਿ ਜਿੱਥੇ ਆਲ ਗੇਮਸ ਦਾ ਇੱਕ ਕਰਵਾਈਆਂ ਜਾ ਸਕਣ ਐਟ ਏ ਟਾਈਮ, ਸਾਰੀਆਂ ਗੇਮਾਂ ਚੱਲਦੀਆਂ ਹੋਣ। ਜਿਵੇਂ ਲਾਈਕ ਕਾਮਨਵੈਲਥ ਇੱਕ ਦੇਸ਼ 'ਚ ਹੁੰਦੀ ਹੈ, ਰਾਈਟ, ਜਿਹਦਾ 2010 'ਚ ਆਪਣੇ ਦਿੱਲੀ 'ਚ ਹੋਈਆਂ ਸੀਗੀਆਂ। ਸਾਡੇ ਕੋਲ ਇੱਕ ਵੀ ਨਹੀਂ ਆ। ਤੇ ਸਾਡੇ ਛੋਟੇ ਭਰਾ ਹਰਿਆਣੇ ਦੇ ਕੋਲ 6, ਰੋਹਤਕ, ਸੋਨੀਪਤ, ਫਰੀਦਾਬਾਦ, ਹਿਸਾਰ, ਗੁੜਗਾਉਂ ਤੇ ਪੰਚਕੂਲਾ। ਇਹ 6 ਤੇ 1 ਕਿੰਨਾ ਵੱਡਾ ਡਿਫਰੈਂਸ ਆ। ਇਹਦੇ ਵਿੱਚ ਵੀ ਫਿਰ ਆਪਾਂ ਕਰ ਲੈਨੇ ਆ। ਇਹ ਨਹੀਂ ਮੈਂ ਕਹਿੰਦਾ ਕਿ ਬਣ ਨਹੀਂ ਸਕਦਾ। ਸਪੋਰਟਸ ਕਾਲਜ ਜਲੰਧਰ, ਜਿਹਨੂੰ ਹੱਬ ਬੋਲ ਲੈਂਦੇ ਆ, ਉੱਥੇ ਬਣ ਸਕਦਾ, ਪਰ ਉਹਦੇ ਅੰਦਰ ਮੈਰੀਟੋਰੀਅਸ ਬਿਲਡਿੰਗ ਸਕੂਲ ਦੀ ਬਣਾ ਦਿੱਤੀ ਗਈ। ਪਹਿਲਾਂ ਤੇ ਉੱਥੇ ਇੱਕ ਟਰੈਕ ਨਹੀਂ ਬਣ ਰਿਹਾ, ਉੱਪਰੋਂ ਉਹਦੇ ਉੱਪਰ ਬਿਲਡਿੰਗ ਵੀ ਬਣ ਗਈ, ਤਾਂ ਖਿਡਾਰੀ ਕਿੱਧਰ ਨੂੰ ਜਾਏਗਾ? ਮੈਨੂੰ ਆਪ ਦੱਸੋ। ਕੋਵਿਡ ਦੇ ਟਾਈਮ ਦੇ ਵਿੱਚ ਚੋਰੀ ਕਿਤੇ ਗਰਾਊਂਡਾਂ ਖੁੱਲੀਆਂ ਸੀ, ਮੈਨੂੰ ਕਹਿੰਦੇ ਤੁਸੀਂ ਆ ਜਾ ਕਰੋ ਕੰਧ ਟੱਪ ਕੇ। ਜ਼ਮੀਰ ਨਹੀਂ ਇਜਾਜ਼ਤ ਦਿੱਤੀ। ਮੈਂ ਕਿਹਾ ਖੇਤਾਂ 'ਚ ਕਰ ਲਵਾਂਗਾ। ਕੰਧ ਟੱਪਦੇ ਕਿਸੇ ਵੀਰ ਭਰਾ ਨੇ, ਮੀਡੀਆ ਵਾਲੇ ਫੋਟੋ ਕਲਿੱਕ ਕਰ ਲੈਂਦੇ ਨੇ, ਤਾਂ ਮੇਰਾ ਖਿਆਲ ਉਹ ਮੈਂ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਤੇ ਕੀ ਬੀਤਦੀ। ਤਾਂ ਇਹ ਚੀਜ਼ ਸੀਗੀ 6 ਜਦੋਂ ਉੱਥੇ ਵਿਲੇਜ ਹੋ ਸਕਦੇ, ਸਾਡੇ 'ਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਇੱਕ ਵੀ ਵਿਲੇਜ ਨਹੀਂ ਬਣਾ ਸਕਦੇ, ਜਾਂ ਸਾਡੇ ਪੰਜਾਬ 'ਚ ਇੱਕ ਵੀ ਖੇਲੋ ਇੰਡੀਆ ਨਹੀਂ ਹੋ ਸਕਦੀ। ਪੰਜਾਬ ਦੇ ਵਿੱਚ ਕੁਝ ਹੋਰ ਇੱਦਾਂ ਦਾ ਸਿਸਟਮ ਹੋ ਚੁੱਕਾ ਹੈ ਕਿ ਇੱਕ ਸੈਕਿੰਡ ਸਰ, ਹਾਂ, ਅਗਰ ਉੱਪਰ ਆਪਾਂ ਗੱਲ ਕਰ ਲੈਂਦੇ ਆ। ਮੈਂ ਤਾਂ ਇਹਨੂੰ ਦੇਖਦਾ ਕਿਉਂਕਿ ਸਰ ਮੈਂ ਬਹੁਤ ਮਿਹਨਤ ਕਰਕੇ ਬਣਾਈ। ਮੈਂ ਸਾਰਾ ਪਲੰਦਾ ਤਿਆਰ ਕੀਤਾ, ਬਹੁਤ ਮੁਸ਼ਕਲ ਇੱਕ ਪ੍ਰੋਪਰਲੀ ਰਾਈਟ ਲੈ ਕੇ ਅਦਰ ਸਟੇਟ ਦੇ ਕੋਚਸ ਨਾਲ ਗੱਲ ਕਰਕੇ। ਡਾਈਟ ਦੀ ਗੱਲ ਨਹੀਂ ਭੁੱਲਣੀ ਚਾਹੀਦੀ। ਆਖਰੀ ਥੋੜੇ ਸੰਖੇਪ ਸ਼ਬਦਾਂ ਦੇ ਵਿੱਚ ਦੱਸ ਦਿਓ ਵੀ ਆਪਾਂ ਡਾਈਟ ਕੀ ਮਿਲਦੀ ਹੈ, ਕਿ ਤੁਹਾਨੂੰ ਕੀ ਮਿਲਦਾ ਖਾਣ ਨੂੰ ਪ੍ਰੋਪਰ ਹੈਗੇ ਆ? ਇੱਥੇ ਤਾਂ ਬੰਦਾ ਜਿਮ ਜਾਂਦਾ ਤੇ ਉਹ ਵੀ ਕਹਿੰਦੇ ਦਿਹਾੜੀ ਦੇ ਵਿੱਚ 10-10 15-15 ਅੰਡੇ ਖਾਂਦਾ ਹੈ 2 ਟਾਈਮ ਦੇ ਵਿੱਚ। ਤੁਹਾਨੂੰ ਕੀ ਮਿਲਦਾ ਖਾਣ ਨੂੰ ਫਿਰ ਜਦੋਂ 올림픽ਸ ਦੀ ਤਿਆਰੀ ਕਰਨੀ ਹੋਵੇ? ਸਰ ਜਿਮ ਵਾਲੇ ਜੇ ਗੱਲ ਕਰੀਏ ਨਾ, ਉਹਨਾਂ ਦਾ ਕੰਮ ਜਸਟ ਵੇਟ ਚੁੱਕਣਾ ਔਰ ਉਹ ਕਰਨਾ, ਸਰੀਰ ਨੂੰ ਮੇਨਟੇਨ ਰੱਖਦੇ ਨੇ। ਉਹਨਾਂ ਦੀ ਵੀ ਇੱਜ਼ਤ ਹੈ, ਕਿਉਂਕਿ ਕਮ ਸੇ ਕਮ ਐਟਲੀਸਟ ਨਸ਼ੇ ਵਿੱਚ ਨਹੀਂ ਆ, ਗਲਤ ਕੰਮਾਂ 'ਚ ਨਹੀਂ, ਮਿਹਨਤ ਕਰ ਰਿਹਾ। ਮੈਂ ਸਲੂਟ ਆ ਉਹਨਾਂ ਨੂੰ ਵੀ, ਬੰਦਿਆਂ ਨੂੰ। ਬਟ ਸਾਡੀ ਕੁਝ ਵਿੰਗਸ ਦੀ ਡਾਈਟ ਕੁਝ ਇਦਾਂ ਦੀ ਹੈ ਕਿ ਅੰਡਰ 12 ਵਾਲਾ ਐਥਲੀਟ, ਉਹਦੀ ਵੀ ਸੇਮ, ਉਹਦਾ ਢਿੱਡ ਕਿੱਡਾ ਕੁ ਹੁੰਦਾ ਹੈ। ਇੱਕ ਥਰੋਅਰ ਬੰਦਾ ਜਾਂ ਲਾਈਕ ਮੀ, ਮੈਂ ਤੇ ਜੈਵਲਿਨ ਥਰੋਅਰ ਆ, ਮੇਰੀ ਬੋਡੀ ਫਿਟ ਰਹਿਣੀ ਹੈ। ਇੱਕ ਸਾਡੇ 'ਚ ਹੁੰਦੇ ਨਾ ਸ਼ਾਰਟ ਪੁੱਟਰ, ਡਿਸਕਸ ਥਰੋਅਰ, ਹੈਮਰ ਥਰੋਅਰ, ਹੈਲਦੀ ਬੋਡੀਆਂ, ਮਤਲਬ ਜਿਨ੍ਹਾਂ ਦੀ ਹਾਈਟ ਵੀ ਨੀਅਰ ਅਬਾਊਟ 6'2", 6'3", ਉਹਨਾਂ ਦੀ ਡਾਈਟ ਵੀ ਜੇ 12 ਸਾਲ ਦੇ ਬੱਚੇ ਜਿੰਨੀ ਹੋਈ, ਤੇ ਉਹ ਕਿੱਦਾਂ ਤਿਆਰੀ ਕਰਨਗੇ? ਉਹਨਾਂ ਦੀ ਬੋਡੀ ਨੂੰ ਕਿੰਨਾ ਪ੍ਰੋਟੀਨ ਚਾਹੀਦਾ 12 ਸਾਲ ਦੇ ਬੱਚੇ ਨੂੰ? ਤੇ ਮੇਰਾ ਖਿਆਲ ਹਰੇਕ ਫੂਡ ਸਪਲੀਮੈਂਟ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਐਟਲੀਸਟ 18 ਤੋਂ ਉੱਪਰ ਤੁਸੀਂ ਖਾਓ, ਠੀਕ ਹੈ, ਮਿਨੀਮਮ। ਬਟ ਉਸ ਬੱਚੇ ਨੂੰ ਪ੍ਰੋਟੀਨ ਦੀ ਮਾਤਰਾ ਥੋੜੀ ਘੱਟ ਚਾਹੀਦੀ ਡਾਈਟ ਤੋਂ। ਸਾਨੂੰ ਚਾਹੀਦੀ ਐਟਲੀਸਟ, ਸਾਨੂੰ ਫੂਡ ਸਪਲੀਮੈਂਟ ਵੀ ਲੈਣੇ ਪੈਂਦੇ ਆ ਜਦੋਂ ਅਸੀਂ 18 ਤੋਂ ਅਬਵ ਉੱਪਰ ਹੋ ਜਾਂਦੇ ਆ। 12 ਸਾਲ ਦੇ ਬੱਚੇ ਦੀ ਔਰ ਮੇਰੀ ਸੇਮ ਡਾਈਟ ਹੈ ਸਾਡੀ ਪਾਲਿਸੀ 'ਚ।
ਜੀ ਔਰ ਇਸ ਤੋਂ ਇਲਾਵਾ ਸਾਨੂੰ ਹੋਰ ਮਿਲਦਾ ਕੱਖ ਨਹੀਂ ਹੈ। ਪਲੇਅਰ ਅਕਸਰ ਹੀ ਗੱਲਾਂ ਕਰਦੇ ਹੁੰਦੇ ਆ ਕਿ ਭਾਜੀ ਡਾਈਟ ਬਹੁਤ ਘੱਟ ਆ, ਤੁਸੀਂ ਬੋਲੋ ਕਿ ਦਾਲ ਆਲੂ ਚੌਲ ਜੇ ਇਹ ਡਾਈਟ ਆ ਤਾਂ ਮੇਰਾ ਖਿਆਲ ਫਿਰ ਪ੍ਰੋਟੀਨ ਡਾਈਟ ਕਿਹਨੂੰ ਕਿਹਾ ਜਾ ਸਕਦਾ। ਜੋ ਅਦਰ ਕੰਟਰੀਜ਼ ਦੇ ਵਿੱਚ ਮੈਂ ਗੱਲ ਨਹੀਂ ਕਰ ਰਿਹਾ, ਇੱਕ ਰਾਈਟ ਦੇ ਥਰੂ ਗੱਲ ਕਰ ਰਿਹਾ ਕਿ ਸਾਡੀ ਇੰਡੀਆ ਟੀਮ ਦੇ ਵਿੱਚ ਮੈਂ 10 ਸਾਲ ਰਿਹਾ। ਉੱਥੇ ਪਰ ਡੇ ਡਾਈਟ ਪਹਿਲਾਂ ਨੀਅਰ ਅਬਾਊਟ 1000 ਰੁਪਈਸ ਹੁੰਦੀ ਸੀਗੀ ਔਰ ਹੁਣ ਉੱਥੇ 1000 ਨੂੰ ਘਟਾ ਦਿੱਤਾ ਗਿਆ। ਕੁਆਲਿਟੀ ਨੂੰ ਘਟਾ ਕੇ ਕੁਆਂਟੀਟੀ ਨੂੰ ਘਟਾ ਕੇ ਕੁਆਲਿਟੀ ਮੇਨਟੇਨ ਕਰ ਦਿੱਤੀ ਗਈ ਹੈ। ਬਹੁਤ ਨਹੀਂ ਥੋੜਾ ਬਟ ਹੈਲਦੀ ਉਹ ਚੀਜ਼ ਹੋ ਗਈ ਔਰ ਫੂਡ ਸਪਲੀਮੈਂਟ ਅਲਾਇਦਾ ਉਹਨਾਂ ਨੂੰ ਮਿਲਦੇ। ਉੱਥੇ ਹੈਗੀ 6 to 800 ਲਗਭਗ ਇੰਨੀ ਦੀ ਡਾਈਟ ਹੈ ਔਰ ਫੂਡ ਸਪਲੀਮੈਂਟ ਤੁਹਾਨੂੰ ਨੀਅਰ ਅਬਾਊਟ 2000 3000 4000 ਜਾਂ 10000 ਅਕੋਰਡਿੰਗ ਟੂ ਐਥਲੀਟ ਦੀ ਰੈਂਕਿੰਗ ਦੇ ਅਕੋਰਡਿੰਗ ਤੁਹਾਨੂੰ ਮਿਲ ਜਾਂਦਾ। ਇਹ ਸਾਡੇ ਨਹੀਂ ਹੈਗਾ। ਸਾਡੇ 12 ਤੇ 30 ਹੋਵੇ, 12 ਜਾਂ 25 ਹੋਵੇ, 12 ਜਾਂ 20 ਹੋਵੇ, ਡਾਈਟ ਸਿਮਿਲਰ ਹੈ। ਇਹ ਚੀਜ਼ ਸਰ ਕਰਕੇ ਤੁਸੀਂ ਮੈਡਲ ਓਲੰਪਿਕ ਦਾ ਭਾਲਦੇ ਹੋ ਜਾਂ ਬਹੁਤ ਉੱਪਰ ਲੈਵਲ ਦਾ ਭਾਲਦੇ ਹੋ, ਮੇਰਾ ਖਿਆਲ ਨਹੀਂ। ਘਰ ਦੇ ਵਿੱਚ ਹਰੇਕ ਜ਼ਿਮੀਂਦਾਰ ਬੰਦਾ ਠੀਕ ਡਾਈਟ ਖਾਂਦਾ ਹੋਊਗਾ ਕਿਉਂ ਮੈਂ ਖੁਦ ਜ਼ਿਮੀਂਦਾਰ ਨੂੰ ਬਿਲੋਂਗ ਕਰਦਾ ਤੇ ਇਹ ਡਾਈਟ ਨੂੰ ਜ਼ਰੂਰ ਥੋੜਾ ਸੁਧਾਰਨਾ ਚਾਹੀਦਾ ਸੀ। ਔਰ ਕੋਚਸ ਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ, ਪਾਲਿਸੀਜ਼ ਦੇ ਬਾਰੇ ਦੱਸ ਦਿੱਤਾ, ਗਰਾਊਂਡਸ ਦੀ ਹਾਲਤ ਦੱਸ ਦਿੱਤੀ ਹੈ, ਵਿਲੇ ਚਾਹੀਦੇ ਨੇ ਸਾਨੂੰ ਔਰ ਮੋਸਟ ਕੰਪੀਟੀਸ਼ਨ ਚਾਹੀਦੇ ਨੇ ਸਾਨੂੰ। ਇਹ ਚੀਜ਼ਾਂ ਤੁਹਾਡੇ ਚੈਨਲ ਰਾਹੀਂ ਕਹਿਣਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜੀ ਦਿੱਲੀ ਦੀ ਪਾਲਿਸੀ ਸਰ ਇੱਕ ਮੈਂ ਵਾਰੀ ਤੁਹਾਨੂੰ ਦੇਖ ਸਕਦਾ ਜੇ ਆਪਣੇ ਕੋਲ ਟਾਈਮ ਹੈਗਾ ਜੀ। ਮੈਂ ਤੁਹਾਨੂੰ ਇੱਕ ਵਾਰੀ ਦਿੱਲੀ ਦੀ ਪਾਲਿਸੀ ਦੱਸ ਦਿੰਦਾ ਕਿਉਂਕਿ ਦਿੱਲੀ ਨੇ ਹੁਣ ਕਾਫੀ ਸੁਧਾਰ ਕੀਤੇ ਸੀ ਔਰ ਉਹ ਮੈਂ ਇੱਕ ਸੈਕਿੰਡ ਮੈਂ ਲਿਖ ਰੱਖੀ ਹੈ। ਹਾਂਜੀ, ਦਿੱਲੀ ਦੀ ਪਾਲਿਸੀ ਕੁਝ ਇਦਾਂ ਦੀ ਹੋ ਗਈ ਹੈ ਕਿ ਉੱਥੇ ਟੋਟਲ 2 ਸਾਈ ਦੇ ਟਰੈਕ ਨੇ। ਸਪੋਰਟਸ ਅਥਾਰਟੀ ਆਫ ਇੰਡੀਆ ਦੇ 2 ਟਰੈਕ ਜੋ ਸਾਡੇ ਐਕਸਪਾਇਰ ਹੋ ਚੁੱਕੇ ਆ ਉਹ ਨਹੀਂ। ਦਿੱਲੀ ਗਵਰਨਮੈਂਟ ਦੇ 10 ਟਰੈਕ ਜੋ ਸਾਡੇ ਪੰਜਾਬ ਗਵਰਨਮੈਂਟ ਦੇ 3 ਨੇ, ਟੋਟਲ 12 ਟਰੈਕ ਹੋ ਗਏ। ਉਸ ਤੋਂ ਬਾਅਦ 'ਚ ਉਹਨਾਂ ਨੇ ਇੱਕ ਪਾਲਿਸੀ ਚਲਾਈ ਸੀਗੀ ਜੋ ਸਭ ਤੋਂ ਵਧੀਆ ਮਿਸ਼ਨ ਐਕਸੀਲੈਂਸੀ। ਮਿਸ਼ਨ ਐਕਸੀਲੈਂਸੀ ਦਾ ਮਤਲਬ ਸੀਗਾ ਕਿ ਜਿਹੜੇ ਈਵੈਂਟ ਦੇ ਬੱਚੇ ਨੈਸ਼ਨਲ ਜਾਂ ਪਹਿਲੇ 8 ਦੇ ਵਿੱਚ ਸਟੈਂਡ ਕਰਦੇ, ਤੁਸੀਂ ਦਿੱਲੀ ਨੂੰ ਰਿਪਰੈਜ਼ੈਂਟ ਕਰਕੇ ਨੈਸ਼ਨਲ ਗਏ ਹੋ, ਤੁਸੀਂ ਪਹਿਲੇ 8 'ਚ ਸਟੈਂਡ ਕਰ ਗਏ, ਤੁਹਾਨੂੰ ਸਾਲ ਦਾ ਲਗਭਗ 16 ਲੱਖ ਰੁਪਈਆ ਦੇਣਗੇ ਨੈਸ਼ਨਲ ਖੇਡਣ ਦਾ ਪਾਰਟਿਸਿਪੇਟ ਕਰ। ਕੇਜਰੀਵਾਲ ਗਵਰਨਮੈਂਟ ਦੇ ਰਹੀ ਹੈ, ਇਹ ਕੇਜਰੀਵਾਲ ਗਵਰਨਮੈਂਟ ਦੇ ਰਹੀ ਹੈ। ਜਦੋਂ ਇੱਕ ਦਿੱਲੀ ਬਹੁਤ ਛੋਟਾ ਜਿਹਾ ਯਾਰ ਕੁਝ ਵੀ ਨਹੀਂ ਪੰਜਾਬ ਦੇ ਮੁਕਾਬਲੇ, ਸਾਡੀ ਖੇਤਰਫਲ ਦੇ ਹਿਸਾਬ ਨਾਲ ਚੈੱਕ ਕਰ ਲੈਣਾ। ਉਸ ਤੋਂ ਬਾਅਦ ਸੈਕੰਡ ਪਾਲਿਸੀ ਪਲੇ ਐਂਡ ਪ੍ਰੋਗਰੈਸ। ਇਹ ਹੁਣ ਯੂਥ ਦੀ ਗੱਲ ਆਊਗੀ ਇਹਦੇ ਵਿੱਚ। ਜੇ ਮੈਂ ਪਹਿਲੇ 8 'ਚ ਸਟੈਂਡ ਕਰਾਂ ਤਾਂ ਮੈਨੂੰ ਸਾਲ ਦਾ 16 ਲੱਖ ਮੇਰੇ ਤੇ ਖਰਚ ਕਰੂਗੀ ਦਿੱਲੀ ਗਵਰਨਮੈਂਟ। ਉਹਦੇ ਵਿੱਚ ਫਿਰ ਓਲੰਪਿਕ ਦੀ ਤਿਆਰੀ ਵੀ ਕਰ ਲਵਾਂਗਾ ਮੈਂ ਕਿਉਂਕਿ 18 ਲੱਖ ਬੋਲਿਆ ਸੀ, 16 'ਚ ਐਡਜਸਟ ਹੋ ਜਾਏਗੀ। ਪਰ ਅਸੀਂ ਜੇ ਗੱਲ ਕਰੀਏ 10,000 'ਚ ਕਰਨੀ ਹੈ ਉਹ ਨਹੀਂ ਹੋਣੀ। ਪਲੇ ਐਂਡ ਪ੍ਰੋਗਰੈਸ ਦੇ ਵਿੱਚ 14 ਤੇ 17 ਸਾਲ ਦੇ ਜਿਹੜੇ ਮੈਡਲਿਸਟ ਬੱਚੇ ਨੇ, ਹੁਣ 14 ਸਾਲ ਦੇ ਬੱਚੇ ਨੂੰ ਸਾਲ ਦਾ 2 ਲੱਖ ਰੁਪਈਆ ਦੇਊਗੀ ਗਵਰਨਮੈਂਟ, ਦਿੱਲੀ ਗਵਰਨਮੈਂਟ। 17 ਸਾਲ ਦੇ ਨੂੰ 3 ਲੱਖ। ਇਸ ਪ੍ਰਕਾਰ ਦੀਆਂ ਪੰਜਾਬ ਦੇ ਵਿੱਚ ਸਾਡੇ, ਮੈਂ ਕਹਿੰਦਾ ਇੰਡੀਆ ਦੇ ਵਿੱਚ ਹੀ ਪਾਲਿਸੀ ਨਹੀਂ ਕਿਤੇ। ਇਹ ਕੇਜਰੀਵਾਲ ਸਰਕਾਰ ਦੀ ਦੇਣ ਹੈ। ਜੌਬ ਓਪਰਚੁਨਿਟੀ ਬਹੁਤ ਜ਼ਿਆਦਾ ਆ ਕਿ ਇੱਕ ਹੋਰ ਸੁਣੋ, ਆਪਾਂ ਪਾਰਕ ਦੇ ਵਿੱਚ ਬੈਠੇ ਆ ਦਿੱਲੀ ਦੀ, ਜੇ ਲਗਭਗ 10 ਪਾਰਕ ਨੇ ਨਾ ਤੇ 6 ਦੇ ਵਿੱਚ ਸਿੰਥੈਟਿਕ ਟਰੈਕ ਨੇ। ਸਿੰਥੈਟਿਕ ਟਰੈਕ ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਜੇ ਮੈਂ ਕਹਾਂ ਸੰਗਰੂਰ ਵਾਲੇ ਨੂੰ ਛੱਡ ਕੇ ਸਾਡੇ ਕੋਲ ਇੱਕ ਵੀ ਚੋਟੀ ਦਾ ਸਿੰਥੈਟਿਕ ਟਰੈਕ ਨਹੀਂ ਕਿ ਜਿੱਥੇ ਜਾ ਕੇ ਅਸੀਂ ਪੰਜਾਬ ਦਾ ਕੰਪੀਟੀਸ਼ਨ ਸਟੇਟ ਲੈਵਲ ਦਾ ਕਰਵਾ ਸਕੀਏ। ਉੱਥੇ ਪਾਰਕਾਂ 'ਚ ਟਰੈਕ ਬਣ ਗਏ, ਉੱਥੇ ਇਨਾਮੀ ਰਾਸ਼ੀ ਦੇਖ ਲਓ, ਇਹ ਕਰ ਲਓ। ਫਿਰ ਕਹਿਣਾ ਬਣਦਾ ਕਿ ਕੇਜਰੀਵਾਲ ਜੀ ਐਜੂਕੇਟਿਡ ਪਰਸਨ ਨੇ ਜਾਂ ਮਤਲਬ ਉਹਨਾਂ ਦੀ ਪਾਲਿਸੀ ਜੀ ਬਹੁਤ ਜ਼ਿਆਦਾ ਡਿਵੈਲਪ ਕੀਤੀ ਉਹਨਾਂ ਨੇ। ਉਸ ਤੋਂ ਬਾਅਦ 'ਚ ਸਰ ਆ ਜਾਂਦਾ ਹੈ ਕਿ ਪੰਜਾਬ ਦੇ ਡਾਊਨਫਾਲ ਦੇ ਕਾਰਨ ਕੀ ਹੋ ਗਏ ਜਾਂ ਇੰਨੇ ਜ਼ਿਆਦਾ ਮਤਲਬ ਹੋਣਾ ਨਹੀਂ ਸੀ ਚਾਹੀਦਾ, ਜੋ ਅਸੈਪਟ ਇਹ ਹੋਇਆ ਨਹੀਂ ਸੀ ਕਦੀ, ਜੋ ਅੱਜ ਹੋ ਚੁੱਕਾ ਸਾਡੇ ਨਾਲ। ਇਹਦੇ 2 ਰੀਜ਼ਨ ਨੇ। ਪਹਿਲਾ ਤਾਂ ਇਹ ਕਹਿ ਲੂੰਗਾ ਕਿ ਜਾਂ ਤਾਂ ਪੰਜਾਬ ਸੱਚਮੁੱਚ ਹੀ ਬਹੁਤ ਹੀ ਗਰੀਬ ਸਟੇਟ ਹੈ। ਦੇਖੋ ਅਸਲੀਅਤ ਹੈ, ਜਾਂ ਤਾਂ ਸੱਚਮੁੱਚ ਹੀ ਅਸੀਂ ਬੜੇ ਉਹ ਹੋ ਗਏ ਆ ਕਿ ਸਾਡੇ ਪੱਲੇ ਕੁਝ ਨਹੀਂ ਹੈ। ਤੇ ਦੂਸਰਾ ਸਾਡਾ ਸਰ ਇੱਕ NCERT UPSC ਦੀ ਬੁੱਕ ਦੇ ਵਿੱਚ ਹੁਣ ਥੋੜੇ ਦਿਨ ਪਹਿਲਾਂ ਆਇਆ ਸੀਗਾ ਕਿ ਪੰਜਾਬ ਕਰਪਸ਼ਨ ਦੇ ਵਿੱਚ 6ਵੇਂ ਨੰਬਰ ਤੇ ਚਲੀ ਗਈ ਹੈ। ਪਹਿਲੇ 10 'ਚ ਆ ਗਏ ਆ। ਸਾਡਾ ਯੂਥ ਪਹਿਲੇ 10 'ਚ ਨਹੀਂ, ਸਾਡੇ ਸੀਨੀਅਰ ਪਹਿਲੇ 10 'ਚ ਨਹੀਂ। ਮੈਡਲ ਟੈਲੀ ਦੀ ਗੱਲ ਕਰ ਰਹੇ ਹਾਂ ਨੈਸ਼ਨਲ ਦੇ ਵਿੱਚ। ਓਵਰਆਲ ਇੰਡੀਆ ਦੇ ਵਿੱਚ ਅਸੀਂ 10 'ਚ ਨਹੀਂ ਹੈਗੇ। ਉਹ ਸਾਡਾ ਯੂਥ ਹੋਵੇ, ਸਾਡੇ ਜੂਨੀਅਰ ਹੋਣ, ਸਾਡੇ ਸੀਨੀਅਰ ਹੋਣ ਜਾਂ ਸਾਡੇ ਕਿੱਡੇ ਵੀ ਵੱਡੇ ਐਥਲੀਟ ਕਿਉਂ ਨਹੀਂ, ਕਿਉਂਕਿ ਰੈਂਕਿੰਗ ਦੇ ਵਿੱਚ ਅਸੀਂ ਉਦੋਂ ਆਉਂਦੇ ਆ ਜਦੋਂ ਟੀਮ ਵਰਕ ਹੁੰਦਾ ਹੈ। ਸਪੋਜ਼ ਜੈਵਲਿਨ ਵਾਲੇ ਨੇ ਆਪਣਾ ਕੰਮ ਕੀਤਾ, ਡਿਸਕਸ ਵਾਲੇ ਨੇ ਆਪਣਾ, ਹੈਮਰ ਵਾਲੇ ਨੇ ਆਪਣਾ, 100 ਮੀਟਰ ਵਾਲੇ ਨੇ ਆਪਣਾ, 400 ਵਾਲੇ ਨੇ ਆਪਣਾ। ਔਰ ਇਹ ਸਾਡਾ ਕੁਝ ਹੈ ਨਹੀਂ।
ਤੇ ਇਹ ਅਸੀਂ ਕਰਪਸ਼ਨ 'ਚ ਜਦੋਂ ਦੂਜੇ ਨੰਬਰ 6ਵੇਂ ਨੰਬਰ ਤੇ ਆ ਗਏ ਆ ਤੇ ਦੂਜਾ ਮੇਰਾ ਖਿਆਲ ਡਾਊਨਫਾਲ ਇਹ ਹੋ ਗਿਆ। ਇਹਦੀ ਆਪਣੇ ਕੋਲ ਵੀ ਕਾਪੀ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਕੱਢੀ ਸੀਗੀ। ਮੈਂ ਚਾਹੂੰਗਾ ਇੱਕ ਵਾਰੀ ਕੈਮਰੇ ਵੱਲ ਕਰਕੇ ਦਿਖਾ ਦਿਓ ਕਿ ਕਿਸ ਤਰੀਕੇ ਦੇ ਇਹ ਸਬੂਤ ਨੇ, ਇੱਕ ਹਿਸਾਬ ਦੇ ਇਫੈਕਟਸ ਨੇ ਜੋ ਦਵਿੰਦਰ ਸਿੰਘ ਕੰਗ ਹੋਰਾਂ ਦੇ ਵੱਲੋਂ ਇਕੱਠੇ ਕੀਤੇ ਗਏ ਨੇ ਸਿਰਫ ਪੰਜਾਬ ਦੀ ਖੇਡ ਨੀਤੀ ਨੂੰ ਲੈ ਕੇ ਜਾਂ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਦੇ ਲਈ, ਕਿਉਂਕਿ ਵੱਡਾ ਕਾਰਨ ਹੈ ਕਿ ਅੱਜ ਸਾਡੇ ਨੌਜਵਾਨ ਭਟਕ ਰਹੇ ਨੇ। ਜੈਪਾਲ ਭੁੱਲਰ ਵਰਗੇ ਨੈਸ਼ਨਲ ਲੈਵਲ ਦੇ ਪਲੇਅਰ ਐਨਕਾਊਂਟਰ ਦੇ ਵਿੱਚ ਮਾਰੇ ਜਾ ਰਹੇ ਨੇ। ਤਾਂ ਅਜਿਹੇ ਤਰਾਸਦੀ ਦੇ ਵਿੱਚੋਂ ਪੰਜਾਬ ਲੰਘ ਰਿਹਾ ਹੈ। ਤਾਂ ਪੰਜਾਬ ਦੇ ਵਿੱਚ ਮੈਡਲ ਲਿਆਉਣੇ, ਤਾਂ ਜਿਸ ਤਰੀਕੇ ਦੇ ਨਾਲ ਦਵਿੰਦਰ ਸਿੰਘ ਹੋਰਾਂ ਨੇ ਦੱਸਿਆ ਵੀ ਮੈਡਲ ਲਿਆਉਣੇ ਬਹੁਤ ਔਖੇ ਨੇ। ਹਾਲਾਂਕਿ ਸਾਡੇ ਬਹੁਤ ਸਾਰੇ ਮਿਹਨਤੀ ਪਲੇਅਰ ਮਿਹਨਤ ਕਰ ਰਹੇ ਨੇ, ਲਗਾਤਾਰ ਅੱਗੇ ਜਾਂਦੇ ਵੀ ਨੇ, ਮੈਡਲ ਲੈ ਕੇ ਵੀ ਆਉਂਦੇ ਨੇ, ਪਰ ਉਹ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਆਉਂਦੇ ਨੇ ਜਾਂ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਇੱਕ ਖਿਡਾਰੀ ਤੋਂ ਗੈਂਗਸਟਰ ਬਣਦੇ ਨੇ, ਇਹ ਪੂਰੇ ਕਾਰਨ ਫੈਕਟਸ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਦਵਿੰਦਰ ਸਿੰਘ ਕੰਗ ਹੋਣਾ ਦੇ ਵੱਲੋਂ। ਕੰਗ ਸਾਹਿਬ, ਤੁਸੀਂ ਗੱਲਬਾਤ ਕੀਤੀ ਬੇਬਾਕੀ ਦੇ ਨਾਲ, ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ, ਜਿਹੜੇ ਗੈਂਗਸਟਰ ਭਰਾ ਜਿਨ੍ਹਾਂ ਦੇ ਨਾਮ ਦੇ ਨਾਲ ਜੋੜ ਦਿੱਤਾ ਗਿਆ, ਜੋ ਭਟ ਗਏ ਸੀਗੇ ਜ਼ਿੰਦਗੀ ਦੇ ਵਿੱਚ, ਉਹਨਾਂ ਦੀਆਂ ਜਾਨਾਂ ਗਈਆਂ, ਪਰਿਵਾਰਾਂ ਦੇ ਵਿੱਚ ਦੁੱਖ ਹੈ। ਉਹਨਾਂ ਦੀ ਜ਼ਿੰਦਗੀ ਪਹਿਲਾਂ ਕਿੱਦਾਂ ਦੀ ਸੀਗੀ ਔਰ ਕਿਵੇਂ ਉਹ ਰਾਹ ਪਟ ਕੇ ਦੂਸਰੇ ਰਾਹ ਤੇ ਆ ਕੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਮੈਂ ਹਮਦਰਦ ਟੀਵੀ ਦਾ ਫਿਰ ਇੱਕ ਵਾਰੀ ਦਿਲੋਂ ਥੈਂਕ ਯੂ ਕਰਦਾ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਇਹ ਸਨ ਦਵਿੰਦਰ ਸਿੰਘ ਕੰਗ, 25 ਵਾਰ ਜਿਹੜੇ ਨੇ ਉਹ ਨੈਸ਼ਨਲ ਲੈਵਲ ਦੇ ਵਿੱਚ ਮੈਡਲਿਸਟ ਨੇ, 4 ਵਾਰ ਏਸ਼ੀਆ ਦੇ ਵਿੱਚ ਉਹ ਮੈਡਲਿਸਟ ਨੇ ਔਰ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੀ ਪਾਰਟਿਸਿਪੇਟ ਕਰਕੇ ਉੱਥੋਂ ਵੀ ਚੰਗੀ ਉਪਲਬਧੀ ਪ੍ਰਾਪਤ ਕਰਕੇ ਉਹਨਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਪਰ ਅੱਜ 20 ਤੋਂ 21 ਸਾਲ ਦਾ ਕਰੀਅਰ ਦੇ ਵਿੱਚ ਜਿਸ ਤਰੀਕੇ ਦੇ ਉਹਨਾਂ ਨੇ ਪੰਜਾਬ ਦੀਆਂ ਖੇਡ ਨੀਤੀਆਂ ਨੂੰ ਹੰਡਾਇਆ, ਉਸ ਦਾ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਹੈ। ਔਰ ਵੱਡੀ ਤਰਾਸਦੀ ਹੈ ਕਿ ਅੱਜ ਪੰਜਾਬ ਸਾਡਾ ਮੈਡਲਾਂ ਦੀ ਗੱਲ ਤਾਂ ਦੂਰ ਦੀ ਹੈ, ਸਾਡੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਔਰ ਭਟਕੇ ਹੋਏ ਰਾਹਾਂ ਤੋਂ ਸਿੱਧੇ ਰਾਹਾਂ ਦੇ ਉੱਤੇ ਚਾੜਨ ਦੇ ਲਈ ਵਿੱਚ ਵੀ ਸਰਕਾਰਾਂ ਸਾਡੀਆਂ ਫੇਲੀਅਰ ਸਾਬਤ ਹੋ ਰਹੀਆਂ ਨੇ। ਕੈਮਰਾਮੈਨ ਵਰਿੰਦਰ ਮਹਿਰਾ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਜਲੰਧਰ।